ਇਕ ਮਨ ਪੁਰਖ ਧਿਆਏ ਬਰ ਦਾਤਾ, ਸੰਤ ਸਹਾਰ ਸਦਾ ਬਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਗੁਰੂ ਨਾਨਕ ਨਿਕਟ ਬਸੈ ਬਨਵਾਰੀ, ਤਿਨ ਲਹਿਣਾ ਥਾਪ ਜੋਤ ਜਗ ਧਾਰੀ। ਲਹਿਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕਉ ਦੀਆ। ਤਿਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ, ਹਰਿ ਕਾ ਨਾਮ ਆਖੈ ਨਿਧ ਅਪਿਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ। ਨਵਾ ਖੰਡਾ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ। ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ। ਚੰਗਾ ਨਾਉ ਰਖਾਏ ਕੈ, ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ, ਤਾ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤਿਹਾ ਕੋਇ ਨ ਸੁਝਈ, ਜੇ ਤਿਸ ਗੁਣ ਕੋਇ ਕਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤਿਹਾ ਕੋਇ ਨ ਸੁਝਈ, ਜੇ ਤਿਸ ਗੁਣ ਕੋਇ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਇਆ ਰਹਿਮਤ ਸਦਕਾ ਆਪਾਂ ਗੁਰਬਾਣੀ ਸੰਥਿਆ ਕਲਾਸ ਵਿੱਚ ਇਕੱਤਰ ਹੋਏ ਹਾਂ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਸ਼ੁੱਧ ਅਰਥਾਂ ਨੂੰ ਵਿਚਾਰਨ ਵਾਸਤੇ, ਅਰਥ ਬੋਧ ਵਾਸਤੇ। ਤੋਂ 6 ਪੌੜੀਆਂ ਜਿਹੜੀਆਂ ਹਨ ਉਹ ਸੰਪੂਰਨ ਹੋ ਚੁੱਕੀਆਂ। ਅੱਜ 7ਵੀਂ ਪੌੜੀ ਦੀ ਪ੍ਰਾਰੰਭਤਾ ਹੋ ਰਹੀ ਹੈ। 7ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਤੋ ਜਿਹੜੇ ਵਿਸ਼ਰਾਮ ਹਨ ਉਹ ਆਪਾਂ ਪਹਿਲਾਂ ਖਿਆਲ ਦੇਣਾ ਹੈ ਤੇ ਪਾਠਾਂ ਦੇ ਉਚਾਰਨ ਵੱਲ। ਜੇ ਜੁਗ ਚਾਰੇ ਆਰਜਾ, ਜਿੱਥੇ ਵਿਸ਼ਰਾਮ ਲੱਗਦਾ ਹੈ। ਹੋਰ ਦਸੂਣੀ ਹੋਏ, ਦਲੈਂਕੜ ਜਿਹੜੀ ਆ ਲੰਬੀ ਮਾਤਰਾ ਹੈ। ਦਸੂਣੀ, ਦਸੂਣੀ ਸੂ ਸਸੇ ਦਲੈਂਕੜ ਸੂ ਲੰਮੀ ਮਾਤਰਾ ਹੈ ਤੇ ਇਹਨੂੰ ਦਸੂਣੀ ਬੋਲਣਾ। ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ। ਖੰਡਾਂ ਬਿੰਦੀ ਆਪਣੇ ਜਿਹੜਾ ਕੋਲੋਂ ਕਰਕੇ ਨਹੀਂ ਲਾਉਣੀ, ਕਿਉਂਕਿ ਖੰਡਾ ਨਾਲ ਖੱਡਾ ਨਹੀਂ ਕਹਿਣਾ, ਕਿਉਂਕਿ ਟਿੱਪੀ ਖੱਖੇ ਦੇ ਉੱਤੇ ਲੱਗੀ ਆ। ਨਵਾਂ ਬਿੰਦੀ ਲਾ ਕੇ ਵੀ ਨਹੀਂ ਕਹਿਣਾ। ਨਵਾਂ ਖੰਡਾ ਵਿੱਚ ਜਾਣੀ ਹੈ, ਇਹਦਾ ਅਰਥ ਹੈ 9 ਖੰਡ। ਇਸ ਕਰਕੇ ਜਿੱਦਾਂ ਆਪਾਂ ਬਿਲਕੁਲ ਉਹ ਸ਼ਬਦ ਦਾ ਉਚਾਰਨ ਕਰਦੀ ਕਿ ਨਵਾਂ ਭਾਵ ਨਿਊ ਹੋ ਜਾਂਦਾ, ਨਵਾਂ। ਉਹ ਨਹੀਂ, ਨਵਾਂ ਗਿਣਤੀ ਦਾ ਵਾਚਕ ਹੈ। ਨਵਾਂ ਖੰਡਾ ਵਿੱਚ ਜਾਣੀ ਹੈ, ਖੱਡਾ ਨਹੀਂ ਕਹਿਣਾ, ਖੰਡਾਂ ਬਿੰਦੀ ਡੱਡੇ ਦੇ ਉੱਤੇ ਕੰਨੇ ਨੂੰ ਬਿੰਦੀ ਨਹੀਂ ਲਾਉਣੀ। ਜਾਣੀ ਹੈ ਦੇ ਉੱਤੇ ਵਿਸ਼ਰਾਮ ਲੱਗਣਾ। ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ, ਇੱਥੇ ਵਿਸ਼ਰਾਮ ਹੈ। ਜਸ ਕੀਰਤ ਜਗ ਲੇ, ਜੇ ਆਪਾਂ ਇਕੱਲਾ
ਲੱਲੇ ਲਾਂ ਲੇ ਬੋਲ ਦਈਏ ਤੇ ਫਿਰ ਈੜੀ ਨੂੰ ਸਿਹਾਰੀ ਨਹੀਂ ਲੱਗਦੀ। ਈੜੀ ਨੂੰ ਸਿਹਾਰੀ ਨਾਲ ਲਾਉਣੀ ਲੇ। ਤੇ ਜੇ ਆਪਾਂ ਸਿਹਾਰੀ ਲਾਉਣ ਵਾਸਤੇ ਕਈ ਵਾਰ ਲੇ ਵਿੱਚ ਉਹ ਜਿਹੜਾ ਹਜੋਕਾ ਨਾ ਉਹ ਨਹੀਂ ਦੇਣਾ। ਉਹ ਫਿਰ ਜਿੱਦਾਂ ਛੰਦੀ ਛੇਦ ਹੋ ਜਾਏਗਾ। ਤੇ ਲੇ ਇੱਕ ਤਾਂ ਲੇ ਤੇ ਫਿਰ ਈੜੀ ਨਾਲ ਸਿਹਾਰੀ ਲੇ। ਇਹ ਜਿਹੜੀ ਨਾਲ ਹੈ ਮਾਤਰਾ ਇਹ ਲਾਉਣੀ। ਜੇ ਤਿਸ ਨਦਰ ਨਾ ਆਵਈ ਵਿਸ਼ਰਾਮ ਤਾਂ ਵਾਤ ਨਾ ਪੁੱਛਾ ਕਿ। ਜਿੱਦਾਂ ਤੱਤਾ ਮੁਕਤਾ ਪੜ੍ਹਾਇਆ ਜਾਂਦਾ ਨਾ ਮਾਰਨੀ ਜੇ ਤੱਤਾ ਮੁਕਤਾ ਤ, ਤੇ ਇੱਥੇ ਜੇ ਇਦਾਂ ਪੜਾ ਤ ਮੁਕਤਾ ਵਾਤ ਇਹ ਤਾਂ ਹਜੋਕਾ ਦੇ ਕੇ ਨਹੀਂ ਤਾਂ ਕੰਨਾ ਲਾ ਕੇ ਵੀ ਨਹੀਂ ਤਾਂ ਲੰਮਾ ਨਹੀਂ ਸੁਰ ਲਾਉਣੀ ਤਾਂ ਹੈ ਤਾਂ ਮੁਕਤਾ ਤੇ ਇਸ ਕਰਕੇ ਤਾਂ ਵਾਤ ਨਾ ਪੁੱਛਾ ਕਿ। ਕੀਟਾ ਅੰਦਰ ਕੀਟ ਕਰ ਇੱਥੇ ਵਿਸ਼ਰਾਮ ਦੇਣਾ। ਦੋਸ਼ੀ ਦੋਸ ਧਰੇ ਨਾਨਕ ਜਮਕੀ ਨਿਰਗੁਣ ਗੁਣ ਕਰੇ ਵਿਸ਼ਰਾਮ। ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਈ ਵਿਸ਼ਰਾਮ ਪੂਰਾ। ਕਿ ਜੇ ਤਿਸ ਗੁਣ ਕੋਏ ਕਰੇ ਇੱਥੇ ਵਿਸ਼ਰਾਮ ਲਾਉਣਾ। ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਇਹ ਇਸ ਤਰ੍ਹਾਂ ਉਚਾਰਨ ਜਿਹੜਾ ਹੈ ਉਹ ਪਾਠਾਂ ਦਾ ਕਰਨਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਸਿੱਧਾਂ ਨੇ ਜਿਹੜਾ ਹੈ ਉਹ ਕਈ ਤਰ੍ਹਾਂ ਦੀਆਂ ਸਤਿਗੁਰੂ ਜੀ ਦੇ ਅੱਗੇ ਜਿਹੜੀਆਂ ਸੀ ਉਹ ਫਰਮਾਇਸ਼ਾਂ ਰੱਖਦੇ ਸੀਗੇ ਕਿ ਮਹਾਰਾਜ ਜਿਹੜੇ ਸਾਡੀ ਗੱਲ ਤੋਂ ਪ੍ਰਭਾਵਿਤ ਹੋ ਜਾਣ। ਉਹਨਾਂ ਨੇ ਸਤਿਗੁਰੂ ਜੀ ਦੇ ਚਰਨਾਂ 'ਚ ਫਿਰ ਬੇਨਤੀ ਕੀਤੀ ਕਿ ਮਹਾਰਾਜ ਜਿਹੜੀ ਦਸਮ ਦਵਾਰ ਦੇ ਵਿੱਚ ਜਿਹੜੀ ਸੁਰਤ ਚੜਾਉਣੀ ਹੈ ਉਹ ਅਸੀਂ ਤੁਹਾਨੂੰ ਸਿਖਾ ਦਿੰਦੇ ਹਾਂ। ਤੇ ਮਹਾਰਾਜ ਨੇ ਕਿਹਾ ਵੀ ਉਹਦੇ ਨਾਲ ਕੀ ਹੋਊਗਾ। ਕਹਿੰਦੇ ਮਹਾਰਾਜ ਉਮਰ ਲੰਮੀ ਹੋ ਜੂਗੀ ਕਿਉਂਕਿ ਜਿਹੜੇ ਜੋਗੀ ਪੁਰਖ ਹੈ ਨਾ ਇਹ ਦਸਮ ਦਵਾਰ ਦੇ ਵਿੱਚ ਸਵਾਸ ਚੜਾ ਲੈਂਦੇ ਆ। ਦਸਮ ਦਵਾਰ ਇੱਕ ਵੱਖਰਾ ਵਿਸ਼ਾ ਵਾ। ਜੇ ਸੰਗਤਾਂ ਚਾਹਣਗੀਆਂ ਤੇ ਉਹਦੇ ਬਾਰੇ ਆਪਾਂ ਡਿਟੇਲ ਨਾਲ ਵਿਸਥਾਰ ਕਰ ਦਾਂਗੇ। ਅੱਜ ਥੋੜਾ ਜਿਹਾ ਹੀ ਕੇਵਲ ਟੂਕ ਮਾਤਰ ਹੀ ਦੱਸਦਾ ਕਿਉਂਕਿ ਉਮਰ ਕਿਵੇਂ ਵੱਧਦੀ ਉਹਦੇ ਨਾਲ। ਜਿਹੜੇ ਸਵਾਸ ਵਾ ਜੀਵ ਨੂੰ ਇਹ ਪੂੰਜੀ ਮਿਲੀ ਹੈ ਪਰਲੋਕ ਤੋਂ। ਤੇ ਸਵਾਸ ਪੂਰੇ ਹੋਣ ਤੇ ਜਿੰਨੇ ਲੈਣੇ ਆ ਸਵਾਸ ਤੇ ਉਦੋਂ ਜੀਵ ਦੀ ਜਿਹੜੀ ਆ ਸਰੀਰ ਦੇਹ ਜਿਹੜੀ ਸ਼ਾਂਤ ਹੋ ਜਾਂਦੀ ਆ, ਚੜ੍ਹਾਈ ਕਰ ਜਾਂਦਾ। ਤੇ ਜੋਗੀ ਪੁਰਖ ਜਿਹੜੇ ਆ ਉਹ ਕਾਇਆ ਤਾਂ ਜਿਹੜੀ ਆ ਭਾਵੇਂ ਸਿਥਲ ਹੋ ਜਾਂਦੀ ਆ ਕਿਉਂਕਿ ਸਰੀਰ ਤਾਂ ਇੱਕ ਜਿਹਾ ਨਹੀਂ ਰਹਿੰਦਾ। ਤੇ ਪਰ ਇੱਕ ਇਹ ਵੀ ਸ਼ਕਤੀ ਹੁੰਦੀ ਹੈ ਜਿਹੜੀ ਸ਼ਕਤੀ ਦੇ ਬਲ ਕਰਕੇ ਸਰੀਰ ਵੀ ਨਰੋਆ ਰੱਖਿਆ ਜਾ ਸਕਦਾ ਹੈ। ਤੇ ਪਰ ਜਿਹੜੀ ਸਰੀਰ ਦੀ ਉਮਰਾ ਵਾ ਇਹ ਦਸਮ ਦਵਾਰ ਦੇ ਵਿੱਚ ਚੜ੍ਹਨ ਨਾਲ ਜਿਹੜੀ ਆ ਨਾ ਪ੍ਰਾਣ ਜਦੋਂ ਉੱਥੇ ਚੜ੍ਹ ਜਾਂਦੇ ਆ ਤੇ ਫਿਰ ਵੱਧਦੀ ਇਸ ਕਰਕੇ ਆ ਕਿਉਂਕਿ ਸਵਾਸ ਜਿਹੜੇ ਆ ਉਸ ਸਮੇਂ ਪਾਉਣ ਜਿਹੜੀ ਆ ਸਵਾਸਾਂ ਦੀ ਉਹ ਦਸਮ ਦਵਾਰ ਵਿੱਚ ਚਲੀ ਜਾਂਦੀ ਆ। ਤੇ ਤੇਲ ਗੱਡੀ ਦਾ ਉਦੋਂ ਹੀ ਮੁੱਕਦਾ ਨਾ ਜਦੋਂ ਗੱਡੀ ਚੱਲੇ। ਤੇ ਜੇ ਆਪਾਂ ਪੈਟਰੋਲ ਗੱਡੀ 'ਚ ਭਰ ਕੇ ਤੇ ਗੱਡੀ ਨੂੰ ਖਿਲਾਰ ਛੱਡੀਏ ਤੇ ਚਲਾਈਏ ਨਾ ਤੇ ਫਿਰ ਤਾਂ ਨਹੀਂ ਉਹਦੇ 'ਚ ਪੈਟਰੋਲ ਮੁੱਕਣਾ ਨਾ। ਇਸ ਤਰ੍ਹਾਂ ਸਵਾਸ ਜਿਹੜੇ ਆ ਇਹ ਪੈਟਰੋਲ ਪਾਇਆ ਗੈਸ ਪਾਈ ਆ ਸਰੀਰ ਰੂਪੀ ਗੱਡੀ 'ਚ। ਤੇ ਜੋਗੀ ਪੁਰਖ ਜਿਹੜੇ ਆ ਉਹ ਸਵਾਸ ਪ੍ਰਾਣ ਜਿਹੜੇ ਆ ਉਹ ਇਹ ਇੱਕ ਯੋਗ ਸਾਧਨਾ ਦੀ ਪ੍ਰਕਿਰਿਆ ਹੈ ਜਿਹੜੀ ਸਿੱਧਾਂ ਦੇ ਕੋਲ ਸੀਗੀ। ਗੁਰਮੁਖਾਂ ਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਜਿਹੜਾ ਰਸਤਾ ਹੈ ਉਹਦੇ ਤੇ ਇਹ ਚੀਜ਼ਾਂ ਬੜੀ ਸਹਿਜ ਮਿਲ ਜਾਂਦੀਆਂ ਹਨ ਗੁਰਸਿੱਖਾਂ ਨੂੰ। ਤੇ ਇਹ ਹੱਠ ਯੋਗ ਆ ਜਿਹੜਾ ਮਤਲਬ ਕਿ ਯੋਗੀ ਕਰਦੇ ਸੀ ਉਹਦਾ ਵਿਸਥਾਰ ਕਿਤੇ ਫਿਰ ਜਦੋਂ ਕਿਤੇ ਕੋਈ ਪ੍ਰਕਰਨ ਆਏਗਾ ਤੇ ਉਹ ਮੈਂ ਜ਼ਰੂਰ ਦੱਸ ਦਿਆਂਗਾ। ਯੋਗ ਦੇ ਅੰਗ ਹੁੰਦੇ ਆ, ਕਿੰਨੇ ਅੰਗਾਂ ਦੁਆਰਾ ਯੋਗ ਕਮਾਇਆ ਜਾਂਦਾ ਹੈ, ਪ੍ਰਾਣਾਯਾਮ ਕੀ ਹੁੰਦਾ ਹੈ। ਤੋਂ ਅੱਜ ਜਿਹੜਾ ਹੈ ਉਹ ਸਿਰਫ ਇੰਨਾ ਜ਼ਿਕਰ ਕਰਾਂਗਾ ਕਿ ਜਿਹੜੀ ਉਮਰ ਉਹ ਕਿਵੇਂ ਵੱਧਦੀ ਹੈ। ਜਿਹੜੀ ਆਪਣੀ ਸੱਜੀ ਨਾਸਿਕਾ ਹੈ ਨਾ ਇਹਨੂੰ ਜਿਹੜਾ ਹੈ ਉਹ ਸੂਰਜ ਦੀ ਸੁਰ ਕਹਿੰਦੇ ਆ। ਤੇ ਜਿਹੜੀ ਖੱਬੀ ਨਾਸਿਕਾ ਹੈ ਇਹਨੂੰ ਚੰਦਰਮਾ ਦੀ ਸੁਰ ਕਹਿੰਦੇ ਆ। ਤੇ ਜਿਹਨੂੰ ਈੜਾ ਤੇ ਪਿੰਗਲਾ ਕਹਿ ਕੇ ਜਿਹੜਾ ਹੈ ਉਹ ਯੋਗੀ ਜਿਹੜਾ ਹੈ ਸਿਖਾਉਂਦੇ ਆ ਪ੍ਰਾਣਾਯਾਮ ਕਰਨਾ। ਤੇ ਵਿਚਕਾਰ ਜਿਹੜੀ ਆ ਉਹ ਸੁਖਮਨਾ ਨਾੜੀ ਆ। ਈੜਾ ਪਿੰਗਲਾ ਔਰ ਸੁਖਮਨਾ 3 ਬਸੇ 1 28
ਬੇਣੀ ਸੰਗਮ ਤਹਿ ਪ੍ਰਾਗ ਮਨ, ਬੇਣੀ ਸੰਗਮ ਤਹਿ ਪ੍ਰਾਗ ਮਨ ਮੱਜਨ ਕਰੈ ਤੇ ਥਾਈ। ਉੱਥੇ ਮਨ ਜਿਹੜਾ ਹੈ ਮੱਜਨ ਇਸ਼ਨਾਨ ਕਰਦਾ ਹੈ। ਉਹ ਇਹ ਤ੍ਰਿਕੁਟੀ ਹੈ। ਤ੍ਰਿਕੁਟੀ ਉਹਦਾ 14 ਪ੍ਰਕਾਰ ਦੀ ਹੁੰਦੀ ਹੈ ਤ੍ਰਿਕੁਟੀ। ਤੇ ਇੱਥੇ ਜੋਗੀਆਂ ਦੀ ਜਿਹੜੀ ਮੰਨੀ ਤ੍ਰਿਕੁਟੀ ਹੈ ਉਹ ਭਰਵੱਟਿਆਂ ਦੀ ਸੰਧ ਵਿੱਚ ਤ੍ਰਿਕੁਟੀ ਆ। ਇੜਾ ਪਿੰਗਲਾ ਤੇ ਸੁਖਮਨਾ ਦਾ ਜਿੱਥੇ ਸੰਧ ਰਲਦਾ ਆ ਕਰਕੇ। ਇਹ ਪ੍ਰਾਣਾਯਾਮ ਦੇ ਅਭਿਆਸ ਨਾਲ ਸਵਾਸਾਂ ਨੂੰ ਚੜਾਉਣਾ, ਟਿਕਾਉਣਾ ਤੇ ਉਤਾਰਨਾ, ਕੁੰਭਕ, ਰੇਚਕ, ਕਰਮਾਤਾ, ਇਹ ਇਹਨਾਂ ਦੇ ਨਾਮ ਨੇ। ਤੇ ਜਦੋਂ ਸਵਾਸ ਟਿਕਣ ਲੱਗ ਜਾਂਦੇ ਆ, ਹੌਲੀ ਹੌਲੀ ਇਹ ਤ੍ਰਿਕੁਟੀ ਜਿਹੜੀ ਆ ਇਹ ਛੁੱਟਦੀ ਆ ਫਿਰ। ਤੇ ਜਿਸ ਤਰ੍ਹਾਂ ਗਰਮੈਸ਼ ਦੇ ਨਾਲ ਜਦੋਂ ਆਪਾਂ ਘਿਓ ਅੱਗ ਲਾਗੇ ਕਰਦੇ ਆ ਤੇ ਜੰਮਿਆ ਘਿਓ ਪਿਘਲ ਜਾਂਦਾ ਨਾ, ਇਸ ਤਰ੍ਹਾਂ ਜਿਹੜੀ ਇਹ ਸੁਖਮਨਾ ਨਾੜੀ ਹੈ ਇਹਦੇ ਵਿੱਚ ਲਹੂ ਤੇ ਮਿੱਝ ਜੰਮੀ ਪਈ ਹੈ ਜਿਹੜੀ ਦਸਮ ਦਵਾਰ ਨੂੰ ਜਾਂਦੀ ਹੈ। ਤੇ ਜੋਗੀ ਜਿਹੜੇ ਆ ਸੱਜੀ ਨਾਸਕਾ ਸੂਰਜ ਦੀ ਸੁਰ ਤੋਂ ਸਵਾਸ ਜਿਹੜੇ ਆ ਉਹ ਪ੍ਰਕਿਰਿਆ ਚਲਾਉਂਦੇ ਛੱਡਦੇ ਆ, ਚੜਾਉਂਦੇ ਆ। ਤੇ ਇਉਂ ਅੰਦਰ ਫਿਰ ਨਾ ਗਰਮੀ ਦਾ ਤੱਤ ਵੱਧਦਾ ਤੇ ਉਹ ਗਰਮੈਸ਼ ਉੱਥੇ ਸੁਖਮਨਾ ਨਾੜੀ ਵਿੱਚ ਛੱਡਦੇ ਆ, ਜਿਸ ਕਰਕੇ ਲਹੂ ਮਿੱਝ ਪਿਘਲਣ ਲੱਗ ਪੈਂਦੀ ਹੈ ਤੇ ਉਹ ਨਾੜ ਖਾਲੀ ਹੋਣ ਲੱਗ ਪੈਂਦੀ ਹੈ। ਤੇ ਜੇ ਕਿਤੇ ਗਰਮੀ ਜ਼ਿਆਦਾ ਵੱਧ ਜੇ ਤੇ ਫਿਰ ਜਿਹੜਾ ਬਲੀਡਿੰਗ ਹੋਣ ਲੱਗ ਪੈਂਦੀ ਹੈ ਕਿਰਿਆ ਰਾਹੀਂ, ਫਿਰ ਮਰ ਸਕਦਾ ਹੈ ਜੋਗੀ ਪੁਰਖ। ਫਿਰ ਉਹ ਇਸ ਚੀਜ਼ ਨੂੰ ਸੰਤੁਲਨ ਵਿੱਚ ਰੱਖਣ ਵਾਸਤੇ ਜਿਹੜੀ ਹੈ ਚੰਦਰਮਾ ਦੀ ਸੁਰ ਉਹਨੂੰ ਛੱਡ ਕੇ ਤੇ ਅੰਦਰ ਠੰਡਕ ਪੈਦਾ ਕਰਦੇ ਆ ਤੇ ਇਹਦਾ ਸੰਤੁਲਨ ਬਣਾਈ ਰੱਖਦੇ ਆ। ਤੇ ਫਿਰ ਹੌਲੀ ਹੌਲੀ ਕੀ ਹੁੰਦਾ ਕਿ ਜਿਹੜੀ ਦਸਮ ਦਵਾਰ ਤੱਕ ਜਿਹੜਾ ਹੈ ਅੱਗੇ ਮਾਸ ਦਾ ਲੋਥੜਾ ਹੁੰਦਾ ਜਿਹੜਾ ਇੱਕ ਜੰਮਿਆ ਹੋਇਆ, ਤੇ ਉਸ ਤੋਂ ਜਿੱਦਾਂ ਕਬੀਰ ਜੀ ਨੇ ਕਿਹਾ ਤੇ ਸਿਲ ਉੱਪਰ ਖਿੜਕੀ ਔਰ ਖਿੜਕੀ ਉੱਪਰ 10ਵਾਂ ਦਵਾਰ। ਹਾਂਜੀ, ਤੇ ਉਹ ਜਦੋਂ ਲੋਥੜਾ ਮਾਸ ਦਾ ਹਟਦਾ ਤੇ ਫਿਰ ਉਹ ਪ੍ਰਾਣ ਜਿਹੜੇ ਆ ਉਹ ਅੰਦਰ ਜਾ ਵੜਦੇ ਆ। ਤੇ ਉੱਥੇ ਫਿਰ ਜੋਗੀ ਪੁਰਖ ਜਿਹੜਾ ਹੈ ਦਸਮ ਦਵਾਰ ਦੇ ਵਿੱਚ ਅਨੇਕ ਪ੍ਰਕਾਰ ਦੀ ਰਚਨਾ ਵੇਖਦਾ ਹੈ ਤੇ ਆਪਣੇ ਉੱਥੇ ਇੱਕ ਚੌਮੁਖੀਏ ਦੀਵੇ ਦੀ ਲਾਟ ਵਾ, ਇਹ ਗੁਰਬਾਣੀ ਅਨੁਸਾਰ ਦੱਸ ਰਿਹਾ। ਤੇ ਉਸ ਅਚੇਤਨ ਦੀ ਲਾਟ ਦੇ ਨਾਲ ਫਿਰ ਜੋਗੀ ਪੁਰਖ ਗੱਲਾਂ ਵੀ ਕਰਨ ਲੱਗ ਜਾਂਦੇ ਆ। ਤੇ ਇਸ ਦਸਮ ਦਵਾਰ ਦੀ ਬਾਬਤ ਮਹਾਰਾਜ ਨੇ ਵੀ ਆਖਿਆ ਜਦੋਂ ਤਿੰਨਾਂ ਕਾਲਾਂ ਦਾ ਭੇਦ ਇੱਥੇ ਜਾ ਕੇ ਖੁੱਲ ਜਾਂਦਾ। ਤੇ ਕਈ ਵਾਰੀ ਕੀ ਹੁੰਦਾ ਦਸਮ ਦਵਾਰ ਦੇ ਵਿਸ਼ਵਾਸ ਚੜਾ ਕੇ ਤੇ ਫਿਰ ਕਿੱਥੋਂ ਦੀ ਰਚਨਾ ਜਿੱਥੇ ਮਰਜੀ ਬੈਠੇ ਜਿੱਥੋਂ ਮਰਜੀ ਵੇਖ ਸਕਦੇ, ਜਿਹਦੇ ਮਰਜੀ ਆਪਣੇ ਪ੍ਰਾਣ ਵਾੜ ਸਕਦੇ, ਕੱਢ ਸਕਦੇ ਆ। ਜੋਗੀ ਪੁਰਖਾਂ ਕੋਲ ਸ਼ਕਤੀਆਂ ਹੁੰਦੀਆਂ। ਤੇ ਮਹਾਰਾਜ ਨੇ ਇਸੇ ਕਰਕੇ ਕਿਹਾ ਮਨ ਨਿਰਮਲ ਨਹੀਂ ਦਸਵੇਂ ਦਵਾਰ, ਭ੍ਰਮ ਭ੍ਰਮ ਆਵੈ ਮੂੜਾ ਵਾਰੋ ਵਾਰ। ਤੇ ਦਸਮ ਦਵਾਰ ਦੇ ਵਿੱਚ ਸੁਰਤ ਚੜਾਉਣ ਨਾਲ ਨਾ ਉਮਰ ਬਹੁਤ ਵੱਧ ਜਾਂਦੀ ਹੈ, ਲੰਬੀ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਜੀ ਨੂੰ ਇਹਨਾਂ ਨੇ ਫਿਰ ਕਿਹਾ ਮਹਾਰਾਜ ਅਸੀਂ ਤੁਹਾਨੂੰ ਨਾ ਇਹ ਪ੍ਰਾਣਾਯਾਮ ਸਿਖਾ ਦਿੰਨੇ ਆ ਤੇ ਤੁਹਾਡੀ ਉਮਰ ਜਿਹੜੀ ਆ ਉਹ ਵਧਾ ਦਿੰਨੇ ਆ ਤੇ ਤੁਸੀਂ ਯੋਗ ਮਤ ਨੂੰ ਧਾਰਨ ਕਰ ਲਓ ਤੇ ਸਾਰੇ ਥਾਵਾਂ ਤੇ ਤੁਹਾਡੀ ਪ੍ਰਸਿੱਧੀ ਹੋ ਜਾਊਗੀ। ਜਿੱਧਰ ਨੂੰ ਮਹਾਰਾਜ ਚੱਲੋਗੇ ਸਾਰੇ ਨਾਲ ਚੱਲਣਗੇ, ਬੜਾ ਪ੍ਰਸਿੱਧ ਨਾਮ ਹੋਵੇਗਾ, ਜਗਤ ਦੇ ਅੰਦਰ ਚੰਗੀ ਕੀਰਤੀ ਹੋਊਗੀ, ਤੁਹਾਡੀ ਜਸ ਹੋਊਗਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਉਹਨਾਂ ਨੇ ਨਾ ਜਿਹੜੀ ਸੀ ਲਾਲਚ ਦਿੱਤੇ ਆਪਣੇ ਯੋਗ ਪੰਥ ਵਿੱਚ ਲਿਆਉਣ ਵਾਸਤੇ। ਤੇ ਜਦੋਂ ਆਪਾਂ ਸੰਸਾਰ ਵਿੱਚ ਜਿਉਂਦੇ ਆ ਤੇ ਜੀਵ ਦੀਆਂ ਖਾਹਿਸ਼ਾਂ ਜਿਹੜੀਆਂ ਹਨ ਉਹ ਕੀ ਹੁੰਦੀਆਂ, ਜੀਵ ਰਾਜੇ ਲੋਕ ਤਾਂ ਜੋਗੀਆਂ ਦੇ ਮਗਰ ਲੱਗ ਜਾਂਦੇ ਸੀ ਕਿਉਂਕਿ ਉਹ ਉਮਰਾਂ ਵਧਾਉਣੀ ਚਾਹੁੰਦੇ ਸੀ। ਸਰੀਰ ਵਿੱਚ ਰਹਿ ਕੇ ਜਿਹੜਾ ਹੈ ਉਹ ਸਰੀਰਕ ਸੁੱਖਾਂ ਨੂੰ ਭੋਗਣ ਦੀ ਇੱਛਾ ਕਰਦੇ ਸੀਗੇ। ਤੇ ਜੇ ਮੰਨ ਲਓ ਵੀ ਸਰੀਰ ਨੂੰ ਆਪਾਂ ਜਿਹੜਾ ਹੈ ਉਹ ਰੱਖਣਾ ਪਸੰਦ ਕਰੀਏ ਤੇ ਫਿਰ ਵੀ ਕਿੰਨਾ ਕੁ ਚਿਰ ਰੱਖ ਸਕਾਂਗੇ, ਸਰੀਰ ਕਿੰਨਾ ਚਿਰ ਰਹਿ ਸਕੇਗਾ। ਓੜਕ ਨੂੰ ਸਰੀਰ ਦਾ ਵੀ ਤਾਂ ਫਿਰ ਅੰਤ ਆਉਂਦਾ ਹੀ ਹੈ ਨਾ, ਸਰੀਰ ਸਦਾ ਨਹੀਂ ਰਹਿੰਦੇ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਸਿੱਧਾਂ ਨੂੰ ਉਹਨਾਂ ਦੇ ਕੀਤੇ ਹੋਏ ਪ੍ਰਸ਼ਨ ਦਾ ਮਹਾਰਾਜ ਜੀ ਨੇ ਇਸ ਪੌੜੀ ਦੇ ਅੰਦਰ ਉੱਤਰ ਜਿਹੜਾ ਸੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ। ਮਹਾਰਾਜ ਨੇ ਆਖਿਆ ਜੇ ਜੁਗ ਚਾਰੇ ਆਰਜਾ, ਮਹਾਰਾਜ ਨੇ ਫਰਮਾਇਆ ਕਿ ਹਿਸਦੋ ਜੋਗ ਅਭਿਆਸ ਹੱਠ ਜੋਗ ਕਰਕੇ, ਜੇ 4 ਯੁੱਗਾਂ ਜਿੰਨੀ ਜਿਹੜੀ ਹੈ ਨਾ ਉਮਰ ਉਹ ਲੰਮੀ, ਤਕਰੀਬਨ ਇਹ ਮੰਨਿਆ ਜਾਂਦਾ ਕਿ 43,20,000 ਵਰੇ ਦੀ ਆਰਜਾ ਜਿਹੜੀ ਆ ਇਹ ਮੰਨੀ ਗਈ ਆ। ਕਿਉਂਕਿ ਸਤਯੁਗ ਦੀ ਉਮਰ ਵਾ, ਫਿਰ ਤ੍ਰੇਤੇ ਦੀ ਆ, ਦੁਆਪਰ ਦੀ ਆ, ਕਲਯੁਗ ਦੀ ਆ
ਤੇ ਇਹ ਇੱਕ ਜੁਗਾਂ ਦੀ ਚੌਂਕੜੀ ਜਿਹੜੀ ਹੈ ਇਹ 43 ਲੱਖ ਜਿਹੜਾ ਤੇ 20,000 ਇਹ ਬਣਦੀ ਹੈ। ਇੰਨੀ ਜ਼ਿਆਦੀ ਉਮਰ ਜਿਹੜੀ ਆ ਉਹ ਹੋ ਜਾਵੇ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਜੇ ਇੰਨੀ ਉਮਰ ਹੋ ਜਾਵੇ ਤੇ ਅੱਗੋਂ ਮਹਾਰਾਜ ਨੇ ਕਿਹਾ ਹੋਰ ਦਸੂਣੀ ਹੋਏ, 4 ਜੁਗਾਂ ਨਾਲੋਂ ਹੋਰ ਦਸੂਣੀ ਭਾਵ 10 ਗੁਣੀ ਭਾਵ 40 ਜੁਗਾਂ ਦੀ ਹੋ ਜਾਵੇ। 4 ਜੁਗਾਂ ਤੋਂ ਸਿੱਧਾ ਹੀ 10 ਗੁਣਾ ਵੱਧ ਭਾਵ 4 ਜੁਗਾਂ ਦੀ ਅਤੇ ਹੋਰ ਦਸੂਣੀ 40 ਜੁਗਾਂ ਦੀ, ਇਹ ਸਾਰੀ ਮਿਲ ਕੇ 44 ਜੁਗਾਂ ਦੀ ਲੰਮੀ ਆਰਜਾ ਉਮਰ ਹੋ ਜਾਵੇ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਵਾਹਿਗੁਰੂ ਦੀ ਭਾਵ ਭਗਤੀ ਤੋਂ ਬਿਨਾਂ, ਭਜਨ ਤੋਂ ਬਗੈਰ, ਸਿਮਰਨ ਤੋਂ ਬਿਨਾਂ ਭਾਵੇਂ ਕਰੋੜਾਂ ਬਰਖ ਜਿਹੜੀ ਹੈ ਨਾ ਉਮਰ ਹੋਵੇ, ਸੱਚੇ ਪਾਤਸ਼ਾਹ ਨੇ ਕਿਹਾ ਸਗਲੀ ਔਦ ਬਿਰਥਾਨਦ, ਉਹ ਸਾਰੀ ਔਦ ਉਮਰ ਜਿਹੜੀ ਹੈ ਨਾ ਵਿਅਰਥ ਹੈ। ਕਿਉਂਕਿ ਸਿਮਰਨ ਤੋਂ ਬਿਨਾਂ ਲੰਮੀ ਉਮਰ ਸਗੋਂ ਦੁਖਦਾਈ ਹੁੰਦੀ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਉਦਾਹਰਨ ਦਿੱਤੀ ਹੈ ਨਾ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਗੋਹਾਰੀ। ਸਿਮਰਨ ਤੋਂ ਬਿਨਾਂ ਮਹਾਰਾਜ ਕਹਿੰਦੇ ਜਿਵੇਂ ਸੱਪ ਦੀ ਉਮਰ ਹੁੰਦੀ ਹੈ ਨਾ, ਜਿਵੇਂ ਸੱਪ ਦੀ ਜਿੰਨੀ ਉਮਰ ਵੱਧ ਜਾਵੇ ਉਹਦੇ ਅੰਦਰ ਉਨੀ ਜ਼ਹਿਰ ਵੱਧ ਜਾਂਦੀ ਹੈ। ਜਿੰਨੀ ਉਮਰ ਜ਼ਿਆਦਾ ਹੁੰਦੀ ਹੈ ਉਨੀ ਉਹਦੇ ਅੰਦਰ ਜ਼ਹਿਰ ਵੱਧ ਹੁੰਦੀ ਹੈ। ਨਾਮ ਤੋਂ ਬਿਨਾਂ ਜਿੰਨੀ ਉਮਰ ਜੀਵ ਦੀ ਜ਼ਿਆਦਾ ਹੁੰਦੀ ਹੈ ਨਾ, ਉਨੇ ਉਹਦੇ ਅੰਦਰ ਵਿਸ਼ੇ ਵਿਕਾਰਾਂ ਦੀ ਜ਼ਹਿਰ ਜ਼ਿਆਦੀ ਹੁੰਦੀ ਹੈ। ਜਿਨ ਭਜਨ ਨਹੀਂ ਕੀਤਾ ਬਚਪਨ ਵਿੱਚ, ਜਵਾਨੀ ਵਿੱਚ, ਇਹ ਗੁਰਬਾਣੀ ਦੀਆਂ ਉਦਾਹਰਨਾਂ ਨੇ, ਗੁਰਬਾਣੀ ਦੇ ਦਿੱਤੇ ਪ੍ਰਮਾਣ ਨੇ। ਆਪਾਂ ਮੰਨਦੇ ਹਾਂ ਵੀ ਜਵਾਨੀ ਵਿੱਚ ਹੀ ਕੇਵਲ ਵਿਸ਼ੇ ਵਿਕਾਰ ਜਿਹੜੇ ਆ ਉਹਨਾਂ ਦੀ ਜ਼ਹਿਰ ਜੀਵ ਦੇ ਅੰਦਰ ਹੁੰਦੀ ਹੈ, ਤੇ ਪਰ ਸਤਿਗੁਰੂ ਜੀ ਦਾ ਉਪਦੇਸ਼ ਹੈ ਕਿ ਉਨੇ ਵਕਾਰ ਬੱਚੇ ਵਿੱਚ ਨਹੀਂ ਹੁੰਦੇ ਜਿੰਨੇ ਜਵਾਨ ਅਵਸਥਾ ਵਿੱਚ ਆਉਂਦੇ ਆ, ਤੇ ਉਨੇ ਵਕਾਰ ਜਵਾਨ ਅਵਸਥਾ 'ਚ ਨਹੀਂ ਹੁੰਦੇ ਜਿੰਨੇ ਬਿਰਧ ਅਵਸਥਾ ਵਿੱਚ ਜਾ ਕੇ ਵਕਾਰ ਆਉਂਦੇ ਆ ਜੇ ਭਜਨ ਨਹੀਂ ਕੀਤਾ। ਕਿਉਂਕਿ ਭਜਨ ਤੋਂ ਬਿਨਾਂ ਜਿੰਨੀ ਉਮਰ ਵੱਧਦੀ ਗਈ ਉਨੀ ਵਕਾਰਾਂ ਦੀ ਜ਼ਹਿਰ ਅੰਦਰ ਵੱਧਦੀ ਗਈ। ਜਿਵੇਂ ਸੱਪ ਦੀ ਜਿੰਨੀ ਉਮਰ ਵੱਧਦੀ ਜਾਂਦੀ ਹੈ ਉਨੀ ਉਹਦੇ ਅੰਦਰ ਜ਼ਹਿਰ ਵੱਧਦੀ ਜਾਂਦੀ ਹੈ। ਇਸੇ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ ਕਿ ਜਿਹੜੀ ਇਹ ਜ਼ਹਿਰ ਦੇ ਨਾਸ਼ ਕਰਨ ਲਈ ਜਵਾਨੀ ਦੇ ਵਿੱਚ ਹੀ ਜਿਹੜਾ ਭਜਨ ਹੈ ਨਾ, ਬੰਦਗੀ, ਉਹ ਕਰਨੀ ਚਾਹੀਦੀ ਹੈ। ਤੇ ਜੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਮਰਾਂ ਜਿਹੜੀ ਆਪਣੀ ਵਧਾ ਲਵੇ ਇੰਨੀ ਜ਼ਿਆਦੀ ਕਿ ਜਿਹੜੀ ਉਹ 4 ਜੁਗਾਂ ਤੋਂ ਭਾਵ ਅੱਗੇ 10 ਗੁਣਾ ਹੋਰ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਇਹ ਇੰਨੀ ਜ਼ਿਆਦੀ ਲੰਬੀ ਉਮਰ ਹੋ ਜਾਵੇ ਪਰ ਅੰਤ ਨੂੰ ਫਿਰ ਵੀ ਭਜਨ ਸਿਮਰਨ ਤੋਂ ਬਿਨਾਂ ਜਿਹੜਾ ਸਖਣਾ ਜੀਵ ਹੈ ਨਾ, ਉਹ ਆਪਣੀ ਜਿਹੜੀ ਹੈ ਬਾਜੀ ਹਾਰ ਕੇ ਜਾਵੇਗਾ। ਇਹ ਜਿਸ ਤਰ੍ਹਾਂ ਬਿਰਧ ਅਵਸਥਾ ਆ ਜਾਂਦੀ ਹੈ ਤੇ ਸਾਰਾ ਸਰੀਰ ਸਿਥਲ ਹੋ ਜਾਂਦਾ ਹੈ, ਤੇ ਬਾਹਰੋਂ ਸਰੀਰ ਦੇ ਪ੍ਰਭਾਵ ਨੂੰ ਵੇਖ ਕਰਕੇ ਕੋਈ ਅਨੁਮਾਨ ਲਾਉਂਦਾ ਵੀ ਹੁਣ ਸਰੀਰ 'ਚ ਵਕਾਰ ਨਹੀਂ ਰਹੇ ਹੋਣਗੇ। ਪਰ ਸਤਿਗੁਰੂ ਜੀ ਦੀ ਬਾਣੀ ਦਾ ਫੈਸਲਾ ਹੈ ਲੋਚਨ ਸਰਮਹਿ, ਲੋਚਨ ਕਹਿੰਦੇ ਅੱਖਾਂ ਨੂੰ, ਤੇ ਅੱਖਾਂ ਜਦੋਂ ਸਰਮਹਿ ਭਾਵ ਛਿਮਦੀਆਂ ਹਨ, ਪਾਣੀ ਵਗਣ ਲੱਗ ਪੈਂਦਾ ਬੁਢੇਪੇ ਦੇ ਜ਼ੋਰ ਨਾਲ ਅੱਖਾਂ ਦੇ ਵਿੱਚੋਂ। ਲੋਚਨ ਸਰਮਹਿ ਬੁੱਧ ਬਲ ਨਾਠੀ, ਬੁੱਧੀ ਵੀ ਜਦੋਂ 70 ਸਾਲ ਦੀ ਉਮਰ ਹੁੰਦੀ, ਜਦੋਂ ਮਹਾਰਾਜ ਨੇ ਕਿਹਾ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੈ, ਤੇ ਫਿਰ ਬੁੱਧ ਨੱਠ ਜਾਂਦੀ ਹੈ। ਬੱਚਿਆਂ ਵਰਗੇ ਕੰਮ ਕਈ ਬਜ਼ੁਰਗ ਜਿਹੜੇ ਉਹ ਕਰਨ ਲੱਗ ਜਾਂਦੇ ਆ, ਜਿੱਦ ਕਰਨ ਲੱਗ ਜਾਂਦੇ ਆ, ਤੇ ਬਲ ਵੀ ਸਰੀਰ ਦਾ ਜਿਹੜਾ ਉਹ ਨੱਠ ਜਾਂਦਾ ਹੈ। ਬਲ ਨਹੀਂ ਰਹਿੰਦਾ ਸਰੀਰ ਵਿੱਚ, ਹੱਥ 'ਚ ਫੜੀ ਚੀਜ਼ ਆਪਣੇ ਮੂੰਹ ਤੱਕ ਨਹੀਂ ਪਹੁੰਚਾਈ ਜਾਂਦੀ। ਲੋਚਨ ਸਰਮਹਿ ਬੁੱਧ ਬਲ ਨਾਠੀ, ਤਾਂ ਫਿਰ ਕਹਿੰਦੇ ਤਾਂ ਕਾਮ ਪਵਸ ਮਾਧਾਣੀ, ਉਸ ਸਮੇਂ ਕਾਮ ਦੀ ਮਧਾਣੀ, ਕਾਮ ਦਾ ਰਿੜਕਣਾ ਜਿਹੜਾ ਨਾ ਉਹ ਜੀਵ ਦੇ ਅੰਦਰ ਪੈ ਜਾਂਦਾ, ਤੇ ਕਾਮ ਦੀ ਪੀੜਾ ਕਰਕੇ ਜੀਵ ਜਿਹੜੇ ਉਹ ਦੁਖੀ ਹੁੰਦੇ ਆ। ਇੰਨੀ ਵਕਾਰਾਂ ਦੀ ਜ਼ਹਿਰ ਜਿਹੜੀ ਹੈ ਉਹ ਭਜਨ ਸਿਮਰਨ ਤੋਂ ਬਿਨਾਂ ਵੱਧ ਜਾਂਦੀ ਹੈ। ਤੇ ਮਹਾਰਾਜ ਨੇ ਫਿਰ ਕਿਹਾ ਸਿੱਧੋ ਉਹ ਲੰਮੀ ਉਮਰ ਜਿਹੜੀ ਆ ਉਹ ਫਿਰ ਆਪਾਂ ਕੀ ਕਰਾਉਣਾ ਉਸ ਲੰਮੀ ਉਮਰ ਤੋਂ। ਇੰਨੀ ਜਿਹੜੀ ਲੰਮੀ ਉਮਰ ਵੈ ਉਹ ਨਾਮ ਤੋਂ ਬਿਰੜਨਾ ਕਿਸੇ ਵੀ ਅਰਥ ਨਹੀਂ, ਨਿਸਫਲ ਵੈ। ਜਿਵੇਂ ਜੰਗਲ ਦੇਸ਼ 'ਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗਏ ਸੀ ਨਾ, ਤਾਂ ਇਸ ਤਰ੍ਹਾਂ ਦੀਆਂ ਢੁੱਕਦੀਆਂ ਹੋਰ ਵੀ ਜਿੱਦਾਂ ਉਦਾਹਰਨਾਂ ਹੈਗੀਆਂ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਉੱਥੇ ਗਏ ਤੇ ਜੰਗਲ ਵਿੱਚ ਸਿੰਘ ਵਿਚਰਦੇ ਸੀ, ਆਸਣ ਲੱਗਾ, ਆਸਾ ਦੀ ਵਾਰ ਦਾ ਕੀਰਤਨ, ਇੱਕ ਜੋਗੀ ਪੁਰਖ ਸੀ ਉੱਥੇ, ਉਹ ਦਸਮ ਦਵਾਰ ਵਿੱਚ ਸਵਾਸ ਚੜਾਉਂਦਾ ਸੀ, ਤੇ ਤਕਰੀਬਨ
5000 ਵਰਾ ਤੋਂ ਉੱਪਰ ਉਹਦੀ ਉਮਰ ਸੀਗੀ ਤੇ 5120 ਸਾਲ ਦੇ ਕਰੀਬ ਜਿਹੜੀ ਆ ਉਹ ਜ਼ਿਕਰ ਆਉਂਦਾ ਤੇ ਉਹ ਏਡੀ ਦਸਮ ਦਵਾਰ ਵਿੱਚ ਸੁਰਤ ਚੜਾ ਕੇ ਮਤਲਬ ਵੀ ਉਹਦੀ ਉਮਰ ਇੰਨੀ ਲੰਮੀ ਸੀ। ਤੇ ਉਹਨੇ ਚਹਿਲ ਪਹਿਲ ਵੇਖੀ, ਸਿੰਘ ਮਿਲੇ, ਉਹਨੇ ਪੁੱਛਿਆ ਵੀ ਕੌਣ ਆਏ ਆ ਇੱਥੇ। ਗੁਰੂ ਮਹਾਰਾਜ ਦਾ ਨਾਂ ਲੈ ਕੇ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਅਵਤਾਰਾ ਹੋਇਆ। ਤੇ ਇਹਨੇ ਪੁੱਛਿਆ ਵੀ ਉਮਰ ਕਿੰਨੀ ਕਾ, ਉਹਨਾਂ ਦੱਸਿਆ, ਸਿੰਘਾਂ ਨੇ ਦੱਸਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਉਮਰ ਵਾ ਨਾ ਉਹ ਇਸ ਸਮੇਂ ਕੋਈ 30-35 ਸਾਲ ਦੇ ਕਰੀਬ ਜਿਹੜੀ ਆ ਉਹ ਸਿੱਖਾਂ ਨੇ ਜਦੋਂ ਦੱਸੀ ਤੇ ਉਹ ਕਹਿੰਦਾ ਇੰਨੀ ਛੋਟੀ ਉਮਰ ਵਾ ਤੇ ਅਜੇ ਇਹਨਾਂ ਨੂੰ ਫਿਰ ਕੀ ਗਿਆਨ ਹੋਣਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਨਾ ਉਮਰ ਦੇ ਉੱਤੇ ਉਹਨੇ ਜਿਹੜਾ ਸੀ ਉਹ ਸ਼ੰਕਾ ਉਹ ਪ੍ਰਗਟ ਕੀਤਾ ਤੇ ਸਿੰਘਾਂ ਨੇ ਫਿਰ ਮਹਾਰਾਜ ਸਾਹਿਬ ਜੀ ਨੂੰ ਦੱਸਿਆ। ਗੁਰੂ ਸਾਹਿਬ ਕਹਿੰਦੇ ਭਾਈ ਉਹ ਜੋਗੀ ਪੁਰਖ ਨੂੰ ਨਾਲ ਲੈ ਕੇ ਆਇਓ। ਜਦੋਂ ਫਿਰ ਜੋਗੀ ਪੁਰਖ ਨੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਨਮਸਕਾਰ ਕੀਤੀ ਜਦੋਂ, ਤੇ ਗੁਰੂ ਸਾਹਿਬ ਦੇ ਚਿਹਰੇ ਦਾ ਪ੍ਰਤਾਪ ਵੇਖ ਕੇ ਤੇ ਸਮੇਂ ਹੈਰਾਨ ਹੋ ਗਿਆ। ਮਹਾਰਾਜ ਨੇ ਦ੍ਰਿਸ਼ਟੀ ਨਾਲ ਤੱਕਿਆ ਨਾ ਜਦੋਂ ਉਹਦੇ ਵੱਲ ਤੇ ਉਹਦੇ ਹਿਰਦੇ 'ਚ ਪ੍ਰਕਾਸ਼ ਹੋ ਗਿਆ। ਜਿਹੜੀ ਉਹਨੇ ਇੰਨੇ ਸਾਧਨਾ ਕਰਨ ਨਾਲ ਜਿਹੜੀ ਸੀ ਬਖਸ਼ਿਸ਼ ਨਹੀਂ ਸੀ ਪ੍ਰਾਪਤ ਹੋਈ, ਮਹਾਰਾਜ ਦੀ ਦ੍ਰਿਸ਼ਟੀ ਨਾਲ ਹੀ ਜਦੋਂ ਉੱਤੇ ਬਖਸ਼ਿਸ਼ ਹੋ ਗਈ ਤੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਕਹਿੰਦਾ ਮਹਾਰਾਜ ਇੰਨੀ ਛੋਟੀ ਉਮਰ ਵਿੱਚ ਐਡੀ ਵੱਡੀ ਸੋਝੀ, ਇੰਨੀ ਬਖਸ਼ਿਸ਼। ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿੰਦੇ ਜੋਗੀ ਤੂੰ ਪੁਰਾਣਾ ਸਰੀਰ ਦਾ ਚੋਲਾ ਪਾਇਆ, ਅਸੀਂ ਨਵਾਂ ਪਹਿਨ ਲਿਆ, ਫਰਕ ਇੰਨਾ ਕਾ। ਕਿਉਂਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਉਮਰਾਂ ਵੱਲ ਵੇਖ ਕੇ ਅੰਦਾਜ਼ਾ ਲਾਉਂਦਾ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਭਜਨ ਸਿਮਰਨ ਤੋਂ ਬਿਨਾਂ ਸਿੱਧੋ ਜਿਹੜੀ ਉਮਰ ਵਾ ਨਾ ਉਹ ਭਾਵੇਂ 4 ਯੁੱਗ ਵੱਧ ਜਾਵੇ ਤੇ ਹੋਰ ਦਸੂਣੀ ਹੋਏ ਇਸ ਤੋਂ 10 ਗੁਣਾ ਹੋਰ, ਭਾਵ ਜਿਹੜਾ ਹੈ ਉਹ 44 ਯੁੱਗ ਜਿਹੜੀ ਆ ਉਮਰ ਜਿਹੜੀ ਆ ਬਣ ਜਾਵੇ, ਇੰਨੀ ਲੰਮੀ ਉਮਰ ਹੋ ਜਾਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪਰ ਭਜਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਉਹ ਕਿਸੇ ਵੀ ਕੰਮ ਨਹੀਂ ਆਉਂਦੀ ਹੈ। ਨਵਾਂ ਖੰਡਾਂ ਵਿੱਚ ਜਾਣੀ ਹੈ। ਜਿਹੜੇ 9 ਖੰਡ ਹਨ ਇਹ ਜਿਹੜਾ ਹੈ ਨਵਾਂ ਖੰਡਾਂ ਦਾ ਉਹਦਾ ਜਿਹੜਾ ਉਹ ਜ਼ਿਕਰ ਦਿੱਤਾ ਹੈ, ਕੁਰੂ ਖੰਡ, ਹਿਰਨਮੈ ਖੰਡ, ਇਸ ਤਰ੍ਹਾਂ ਇਹ ਜਿਹੜੇ ਆ ਖੰਡ ਉਹਨਾਂ ਦਾ ਜ਼ਿਕਰ ਕੀਤਾ। ਤੇ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ 9 ਖੰਡਾਂ ਵਿੱਚ ਮਸ਼ਹੂਰੀ ਹੋ ਜਾਵੇ, ਜਾਣਿਆ ਜਾਵੇ। ਜਿਵੇਂ ਸਿੱਧਾ ਨੇ ਕਿਹਾ ਮਹਾਰਾਜ ਸਾਹਿਬ ਥਾਵਾਂ ਤੇ ਤੁਹਾਡਾ ਪ੍ਰਤਾਪ ਜਿਹੜਾ ਉਹ ਵਧਾ ਦਿਆਂਗੇ, ਛਾ ਜਾਵੇਗਾ ਪ੍ਰਤਾਪ ਤੁਹਾਡਾ ਤੇ ਸਾਰੀ ਦੁਨੀਆ ਜਿਹੜੀ ਆ ਉਹ ਤੁਹਾਡੇ ਪਿੱਛੇ ਲਾ ਦਿਆਂਗੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਇੰਨਾ ਜਿਹੜਾ ਮਸ਼ਹੂਰ ਹੋ ਜਾਵੇ, ਕਿਉਂਕਿ ਜਿਸ ਤਰ੍ਹਾਂ ਹਰ ਕੋਈ ਇਉਂ ਮਨ 'ਚ ਇੱਛਾ ਕਰਦਾ ਕਿ ਮੈਂ ਬਹੁਤ ਜ਼ਿਆਦਾ ਜਿਹੜਾ ਦੁਨੀਆ ਵਿੱਚ ਜਾਣਿਆ ਜਾਵਾਂ ਤੇ ਹਰ ਥਾਂ ਤੇ ਮੇਰੇ ਪੋਸਟਰ ਲੱਗੇ ਹੋਣ, ਹਰ ਕੋਈ ਮੈਨੂੰ ਬੜਾ ਸਤਿਕਾਰ ਕਰੇ ਤੇ ਬੜਾ ਮੇਰਾ ਨਾਮ ਜਿਹੜਾ ਉਹ ਜਾਣਿਆ ਜਾਵੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇੱਕ ਧਰਤੀ ਤੇ ਨਹੀਂ 9 ਖੰਡਾਂ ਦੀ ਧਰਤੀ ਤੇ ਜਿਹੜਾ ਹੈ ਨਾ ਉਹ ਸਿੱਧੋ ਪ੍ਰਸਿੱਧੀ ਹੋ ਜਾਵੇ, ਜੀਵ ਜਿਹੜਾ ਹੈ ਉਹ ਜਾਣਿਆ ਜਾਵੇ, ਇੰਨਾ ਜ਼ਿਆਦਾ ਉਹਦਾ ਪ੍ਰਤਾਪ ਹੋ ਜਾਵੇ। ਤੇ ਨਾਲ ਚੱਲੈ ਸਭ ਕੋਏ, ਜਿੱਥੇ ਜਾਣਾ ਚਾਹੇ ਸਾਰੇ ਉੱਠ ਕੇ ਨਾਲ ਹੀ ਚੱਲ ਪੈਣ, ਜਿਸ ਪਾਸੇ ਨੂੰ ਜਾਵੇ ਸਤਿਕਾਰ ਕਰਨ ਵਾਸਤੇ ਸਾਰੇ ਪਹਿਲਾਂ ਹੀ ਆ ਮਿਲਿਆ ਕਰਨ। ਇੰਨਾ ਪ੍ਰੇਮ ਵੱਧ ਜਾਵੇ ਕਿ ਹਰ ਕੋਈ ਦਰਸ਼ਨਾਂ ਦੇ ਮੋਹਿਤ ਹੋ ਕੇ ਅਧੀਨ ਹੀ ਹੁੰਦਾ ਜਾਵੇ। ਜਿਸ ਤਰ੍ਹਾਂ ਏਅਰਪੋਰਟਾਂ ਦੇ ਦੂਸਰਿਆਂ ਦੇਸ਼ਾਂ ਵਿੱਚ ਜਾਂਦੇ ਆ, ਅੱਗੋਂ ਫਿਰ ਹਾਰ ਪਾ ਪਾ ਕੇ ਬੜੇ ਸਤਿਕਾਰ ਦੇ ਨਾਲ ਬੜੀਆਂ ਜੈ ਜੈਕਾਰਾਂ ਕਰਦੇ ਆ ਤੇ ਨਾਲ ਵੀ ਪਿੱਛੇ ਜਿਹੜੇ ਆ ਉਹ ਨਾਲ ਚੱਲਣ ਵਾਲੇ ਬਹੁਤ ਜ਼ਿਆਦਾ ਹੋਣ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਸਾਰੀਆਂ ਹੀ ਥਾਵਾਂ ਤੇ 9 ਖੰਡਾਂ ਦੀ ਧਰਤੀ ਦੇ ਉੱਤੇ ਇੰਨਾ ਨਾਮ ਪ੍ਰਸਿੱਧ ਹੋ ਜਾਵੇ ਕਿ ਜਾਣਿਆ ਜਾਵੇ, ਮਸ਼ਹੂਰੀ ਹੋ ਜਾਵੇ ਤੇ ਸਾਰੇ ਹੀ ਨਾਲ ਜਿਹੜੇ ਆ ਜਿੱਧਰ ਨੂੰ ਚੱਲੇ ਪਿੱਛੇ ਲੱਗ ਚੱਲਣ। ਫਿਰ ਮਹਾਰਾਜ ਨੇ ਕਿਹਾ ਚੰਗਾ ਨਾਉ ਰਖਾਏ ਕਾ, ਨਾਮ ਹੀ ਜਿਹੜਾ ਨਾ ਉਹ ਬੜਾ ਚੰਗਾ ਪ੍ਰਸਿੱਧ ਆਪਣਾ ਨਾਮ ਰਖਾ ਲਵੇ ਕਿ ਨਾਮ ਕਰਕੇ ਹੀ ਜਾਣਿਆ ਜਾਵੇ। ਕਿਉਂਕਿ ਕਈ ਵਾਰੀ ਕਿਸੇ ਨੂੰ ਕੋਈ ਜਾਣਕਾਰੀ ਦੇਣੀ ਹੁੰਦੀ ਹੈ ਤੇ ਉਹ ਫਿਰ ਨਾਮ ਤੋਂ ਨਹੀਂ ਪਛਾਣਦੇ, ਫਿਰ ਉਹ ਜਿਹੜੇ ਕਈ ਹਵਾਲੇ ਦੇਣੇ ਪੈਂਦੇ ਆ। ਮਹਾਰਾਜ ਕਹਿੰਦੇ ਇਹੋ ਜਿਹਾ ਨਾਮ ਚੰਗਾ ਪ੍ਰਸਿੱਧ ਹੋਵੇ ਕਿ ਸਾਰੇ ਥਾਵਾਂ ਤੇ ਉਸ ਵੱਡੇ ਨਾਮ ਨੂੰ ਜਿਹੜਾ ਹੈ ਨਾ ਉਹ ਜਾਣਿਆ ਜਾਵੇ। ਐਡਾ ਵੱਡਾ ਨਾਂ ਰਖਾੜਾ ਜਿਹੜਾ ਹੈ ਕਈਆਂ ਨੇ ਲਕਬ ਜਿਹੜੇ ਵੱਡੇ ਆ ਉਹ ਨਾਮ ਨੂੰ ਚੰਗਾ ਬਣਾਉਣ ਵਾਸਤੇ ਤੇ ਕਈ ਕੁਛ ਲਕਬ ਲਾਏ ਹੁੰਦੇ ਆ, ਭਾਵੇਂ ਕਿ ਸਤਿਕਾਰਤ ਸ਼ਬਦ ਹਨ ਪਰ ਕਈ ਵਡਿਆਈ ਦੀ ਭੁੱਖ ਨਾਲ ਹੀ ਜੇ ਅਵਸਥਾ ਹੈ ਨਹੀਂ। ਕਿਉਂਕਿ ਕੋਈ ਜੇ ਲਾਉਂਦੇ ਆ ਤਾਂ ਉਹ ਸੰਤ ਪੁਰਸ਼ਾਂ ਨਾਲ
ਉਹਨਾਂ ਦੇ ਪਿਆਰ ਕਰਨ ਵਾਲੇ ਲਾ ਦਿੰਦੇ, ਆਪ ਨਹੀਂ ਕੋਈ ਲਾਉਂਦੇ ਮਹਾਂਪੁਰਸ਼। ਆਪ ਤਾਂ ਉਹ ਸਦਾ ਮਹਾਰਾਜ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਆ। ਪਰ ਕੀ ਹੈ ਕਿ ਜਦੋਂ ਕੋਈ ਆਪਣੀ ਵਡਿਆਈ ਵਾਸਤੇ, ਆਪਣੇ ਨਾਂ ਨੂੰ ਪ੍ਰਸਿੱਧ ਕਰਨ ਵਾਸਤੇ, ਤੇ ਆਪਣਾ ਉਹ ਜਿਹੜੇ ਨਾਂ ਤਾਂ ਹੁੰਦੇ ਨਹੀਂ ਉਹ ਵਾਲੇ, ਪਰ ਜਿਵੇਂ ਆ ਮੁਸਲਮਾਨ ਬਾਦਸ਼ਾਹ ਆਪਣੇ ਨਾਮ ਰਖਾਉਂਦੇ ਹੁੰਦੇ ਸੀ। ਜਹਾਂਗੀਰ ਦਾ ਨਾਮ ਪਹਿਲਾਂ ਕੁਝ ਹੋਰ ਹੀ ਸੀ, ਉਹਨੇ ਤਖਤ ਤੇ ਬਹਿ ਕੇ ਆਪਣਾ ਨਾਂ ਜਹਾਂਗੀਰ ਰੱਖ ਲਿਆ ਵੀ ਚੰਗਾ ਵੱਡਾ ਨਾਂ ਹੋਵੇ। ਤੇ ਆ ਜਿਹੜਾ ਬਹਾਦਰ ਸ਼ਾਹ ਸੀ, ਇਹ ਸ਼ਹਿਜ਼ਾਦਾ ਮੁਅਜ਼ਮ ਸੀ ਇਹਦਾ ਨਾਮ ਪਹਿਲਾਂ। ਇਹ ਜਦੋਂ ਤਖਤ ਤੇ ਬੈਠਾ ਇਹਨੇ ਬਹਾਦਰ ਸ਼ਾਹ ਆਪਣਾ ਨਾਮ ਰਖਾਇਆ। ਤੇ ਇਉਂ ਵੱਡਾ ਨਾਂ ਰਖਾਉਂਦੇ ਆ ਵੀ ਜਿਹੜਾ ਨਾਂ ਚੰਗਾ। ਇਹਨਾਂ ਨੂੰ ਆਪਣੇ ਨਾਮ ਵੀ ਪਹਿਲੇ ਜਿਹੜੇ ਉਹ ਰੱਖੇ ਹੋਏ ਮਾਂ ਪਿਓ ਦੇ ਕਈਆਂ ਨੂੰ ਪਸੰਦ ਨਹੀਂ ਹੁੰਦੇ, ਤੇ ਬੜੇ ਨਾਮ ਚੰਗੇ ਲਕਬ ਲਾ ਲਾ ਕੇ ਕਿ ਸ਼੍ਰੀ ਫਲਾਨਾ ਤੇ ਬੜਾ ਲਾ ਕੇ ਮਹਾਰਾਜ ਕਹਿੰਦੇ ਇਹੋ ਜਿਹਾ ਚੰਗਾ ਵੱਡਾ ਨਾਂ ਰਖਾ ਕੇ ਤੇ ਜਸ ਕੀਰਤ ਜਗ ਲੈ। ਜਿਹੜੀ ਹੈ ਸੱਚੇ ਪਾਤਸ਼ਾਹ ਕਹਿੰਦੇ ਜਗਤ ਦੇ ਅੰਦਰ ਬੜਾ ਭਾਰੀ ਜਿਹੜਾ ਸਾਹਮਣੇ ਸਾਰੇ ਲੋਕ ਜਿਹੜੀ ਵਡਿਆਈ ਕਰਨ ਉਹਨੂੰ ਜਸ ਕਹਿੰਦੇ ਆ, ਪਿੱਠ ਪਿੱਛੋਂ ਕਰਨ ਜਿਹੜੇ ਆ ਉਹਨੂੰ ਕੀਰਤੀ ਕਹਿੰਦੇ ਆ। ਤੋ ਇਸ ਪ੍ਰਕਾਰ ਕਿਉਂਕਿ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਆ, ਸੰਸਾਰ ਦੀ ਰੀਤੀ ਆ ਕਿ ਮੂੰਹ ਤੋਂ ਜਸ ਕਰਦੇ ਆ ਤੇ ਪਿੱਠ ਪਿੱਛੇ ਨਿੰਦਾ ਕਰਦੇ ਆ। ਜਦੋਂ ਮੁੱਖ ਤੇ ਹੁੰਦੇ ਆ ਤੇ ਉਦੋਂ ਕਹਿੰਦੇ ਹਾਂਜੀ ਗੁਰਮੁਖ ਤੁਸੀਂ ਬਹੁਤੇ ਬਹੁਤ ਸੰਤੋ ਮਹਾਤਮਾ, ਤੇ ਪਿੱਛੇ ਪਿੱਠ ਪਿੱਛੇ ਉਹਨਾਂ ਕਹਿਣਾ ਇਹਦੇ ਵਰਗਾ ਕੋਈ ਪਾਪੀ ਨਹੀਂ, ਐਵੇਂ ਪਖੰਡੀ ਹੈ, ਨਾਸਤਕ ਹੈ। ਮਹਾਰਾਜ ਕਹਿੰਦੇ ਐਸਾ ਨਹੀਂ, ਮੁੱਖ ਤੇ ਵੀ ਸਾਰੇ ਜਸ ਕਰਨ ਤੇ ਪਿੱਠ ਪਿੱਛੇ ਵੀ ਸਾਰੇ ਕੀਰਤੀ ਕਰਨ, ਏਡਾ ਵੱਡਾ ਨਾਮ ਪ੍ਰਸਿੱਧ ਹੋ ਜੇ ਕਿ ਉਹਦੇ ਇੱਕ ਥਾਂ ਤੇ ਹੋ ਕੇ ਆਵੇ ਤੇ ਉੱਥੋਂ ਜਦੋਂ ਚਲੇ ਗਿਆ ਉਹਦੇ ਪਿੱਛੇ ਵੀ ਸਾਰੇ ਵੀ ਬੱਲੇ ਬੱਲੇ ਬੜਾ ਕਮਾਲ ਕਰਤਾ ਜੀ, ਇੱਥੇ ਮਹਾਂਪੁਰਖ ਆਏ ਹੀ, ਬੜਾ ਨਿਹਾਲ ਕੀਤਾ, ਬੜਾ ਤਾਰਤਾ। ਸੱਚੇ ਪਾਤਸ਼ਾਹ ਜੀ ਕਹਿੰਦੇ ਪਿੱਠ ਪਿੱਛੋਂ ਵੀ ਬਾਅਦ ਵਿੱਚ ਵੀ ਜਿਹੜੇ ਲੋਕ ਆ ਮਹਿਮਾ ਕਰਨ, ਬਹੁਤ ਜ਼ਿਆਦਾ ਕੀਰਤੀ ਗਾਉਣ। ਏਡਾ ਵੱਡਾ ਮਹਾਰਾਜ ਕਹਿੰਦੇ ਗਿਆਨ ਹੋ ਜਾਵੇ ਕਿ ਹਰ ਥਾਂ ਦੇ ਉੱਤੇ ਉਹਦਾ ਮੂੰਹ ਤੇ ਵੀ ਜਸ ਗਾਇਆ ਜਾਵੇ, ਪਿੱਠ ਪਿੱਛੇ ਵੀ ਲੋਕ ਜਿਹੜੀ ਉਹਦੀ ਕੀਰਤੀ ਕਰਨ, ਬਹੁਤ ਜ਼ਿਆਦਾ ਜੈ ਜੈਕਾਰਾਂ ਹੋਣ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਏਡੀ ਵਡਿਆਈ ਦੱਸ ਕੇ, ਕਿਉਂਕਿ ਸਿੱਧਾ ਨੇ ਸੱਚੇ ਪਾਤਸ਼ਾਹ ਜੀ ਨੂੰ ਇਹ ਬੇਨਤੀਆਂ ਕੀਤੀਆਂ ਸੀ ਨਾ ਕਿ ਮਹਾਰਾਜ ਅਸੀਂ ਤੁਹਾਡੀ ਉਮਰ ਵਧਾ ਦਿੰਦੇ ਹਾਂ ਤੇ ਜਿਹੜਾ ਹੈ ਉਹ ਤੁਹਾਡਾ ਇਹੋ ਜਿਹਾ ਪ੍ਰਤਾਪ ਵਧਾ ਦਾਂਗੇ ਕਿ ਸਾਰੀ ਸ੍ਰਿਸ਼ਟੀ 'ਚ ਤੁਸੀਂ ਜਾਣੇ ਜਾਓਗੇ ਤੇ ਮਹਾਰਾਜ ਸਭ ਤੁਹਾਡੇ ਪਿੱਛੇ ਲਾ ਦਿਆਂਗੇ, ਆਪਦਾ ਵੱਡਾ ਹੀ ਨਾਮ ਪ੍ਰਸਿੱਧ ਕਰ ਦਿਆਂਗੇ ਤੇ ਨਾਮ ਦੇ ਡੰਕੇ ਵਜਾ ਦਾਂਗੇ। ਤੇ ਇਹੀ ਮਨੁੱਖ ਦੀ ਜ਼ਿੰਦਗੀ ਤੇ ਜਿਉਂਦਿਆਂ ਵਾ ਇਹ ਜਿਹੜੀਆਂ ਹਨ ਸਰੀਰ ਨਾਲ ਜਿੰਨਾ ਚਿਰ ਦੇਹ ਨਾਲ ਜੁੜਿਆ ਇਹ ਇੱਛਾਵਾਂ ਬਣੀਆਂ ਰਹਿੰਦੀਆਂ। ਜਦੋਂ ਸ਼ਬਦ ਨਾਲ ਜੁੜਦਾ ਫਿਰ ਉਹਦਾ ਮਾਰਗ ਬਦਲਦਾ। ਜਿੰਨਾ ਚਿਰ ਦੇਹ ਨਾਲ ਜੁੜਿਆ ਤੇ ਫਿਰ ਇਹੀ ਇੱਛਾ ਕਰਦਾ ਰਹਿੰਦਾ ਕਿ ਮੇਰੀ ਉਮਰ ਜਿਹੜੀ ਹੈ ਉਹ ਬਹੁਤ ਲੰਬੀ ਹੋਵੇ। ਤੇ ਕਈ ਵਾਰੀ ਅਸੀਸ ਵੀ ਦਿੰਦੇ ਆ ਨਾ ਕੋਈ ਕਿ ਜਿਹੜੀ ਲੰਮੀ ਉਮਰ ਹੋਵੇ। ਜੇ ਲੰਮੀ ਉਮਰ ਵਕਾਰਾਂ ਤੋਂ ਮਤਲਬ ਵੀ ਬਿਨਾਂ ਫਿਰ ਤਾਂ ਭਜਨ ਵਿੱਚ ਜੁੜਿਆ ਚਲੋ ਸਫਲੀ ਹੈ, ਪਰ ਜੇ ਭਜਨ ਨਹੀਂ ਹੈ, ਨਾਮ ਨਹੀਂ ਹੈ ਤੇ ਲੰਬੀ ਉਮਰ ਜਿਹੜੀ ਆ ਉਹ ਫਿਰ ਸਗੋਂ ਦੁੱਖ ਰੂਪ ਹੁੰਦੀ ਹੈ, ਸਜ਼ਾਵਾਂ ਹੀ ਜੀਵ ਭੋਗਦੇ, ਹੋਰ ਵੱਧ ਜਿਹੜੇ ਆ ਕਸ਼ਟ ਭੋਗਣੇ ਪੈਂਦੇ ਆ। ਇਸ ਕਰਕੇ ਜਿਹੜਾ ਦੇਹ ਨਾਲ ਜੁੜਿਆ ਉਹ ਦੇਹ ਨੂੰ ਸਦਾ ਸਲਾਮਤ ਰੱਖਣ ਦੀ ਇੱਛਾ ਕਰਦਾ ਕਿ ਜਿਹੜੀ ਮੇਰੀ ਦੇਹ ਹੈ ਉਹ ਸਦਾ ਰਹੇ। ਤੇ ਜਦੋਂ ਦੇਹ ਨਾਲ ਜੁੜਿਆ ਤੇ ਫਿਰ ਉਹਨੂੰ ਇਹ ਹੁੰਦਾ ਵੀ ਮੈਂ ਜਿੱਧਰ ਨੂੰ ਵੀ ਜਾਵਾਂ ਲੋਕ ਮੇਰੇ ਮਗਰ ਤੁਰਨ, ਮੇਰੀ ਬਹੁਤ ਜ਼ਿਆਦਾ ਸੋਭਾ ਹੋਵੇ। ਜਿਹੜਾ ਪਖੰਡਵਾਦ ਹੈ ਸੰਸਾਰ 'ਚ ਅੱਜ ਇਹਦਾ ਕਿੰਨਾ ਬੋਲਬਾਲਾ ਤੁਸੀਂ ਵੇਖਦੇ ਹੀ ਆ। ਜੇ ਆਪਾਂ ਸਤਪੁਰਸ਼ਾਂ ਦਾ ਜ਼ਿਕਰ ਕਰੀਏ ਨਾ, ਉਹ ਕਮਾਈ ਕਰਨੀ ਬੜੀ ਔਖੀ ਆ, ਬੜੀ ਕਠਿਨ ਵਾ। ਇਹ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਮੈਨੂੰ ਬਚਨ ਯਾਦ ਆਇਆ। ਬੰਬੇ ਵਿੱਚ ਮਹਾਂਪੁਰਖ ਤਕਰੀਬਨ 2-2.5 ਮਹੀਨੇ ਮਹਾਂਪੁਰਖ ਵਿਚਰ ਕੇ ਕਥਾ ਕਰਦੇ ਹੁੰਦੇ ਸੀ। ਆਸਣ ਦਾਦਰ ਗੁਰਦੁਆਰੇ ਸਾਹਿਬ ਹੁੰਦਾ ਸੀ, ਸਿੰਘ ਸਭਾ ਗੁਰਦੁਆਰਾ ਸਾਹਿਬ ਦਾਦਰ। ਤੇ ਮਹਾਂਪੁਰਖਾਂ ਦੀ ਜਦੋਂ ਉੱਥੇ ਵਿਦਾਇਗੀ ਸੀਗੀ ਅਗਲੇ ਦਿਨ, ਤੇ ਰਾਤ ਨੂੰ ਬੰਬੇ ਦੀਆਂ ਸਾਰੀਆਂ ਸਿੱਖ ਸੰਗਤਾਂ ਨੇ ਸਲਾਹ ਕੀਤੀ ਕਿ ਸਵੇਰੇ ਨਾ ਮਹਾਂਪੁਰਖਾਂ ਨੂੰ ਬੜੇ ਜੋਸ਼ ਨਾਲ, ਬੜੇ ਸਤਿਕਾਰ ਨਾਲ ਵਿਦਾਇਗੀ ਦੇਣੀ ਆ ਕਿ ਇੱਕ ਇੱਕ ਸਿੰਘ ਨੂੰ ਆਪਾਂ ਗੱਡੀਆਂ 'ਚ ਬਿਠਾ ਕੇ ਤੇ ਜਿਹੜਾ ਹੈ ਉਹ ਰੇਲਵੇ ਸਟੇਸ਼ਨ ਤੇ ਲੈ ਕੇ ਜਾਣਾ ਤੇ ਇੱਕ ਜਿਹੜਾ ਹੈ ਉਹ ਜਲੂਸ ਦੀ ਸ਼ਕਲ ਵਿੱਚ ਜਿਵੇਂ ਬਹੁਤ ਇਕੱਠ ਕਰਕੇ ਮਹਾਂਪੁਰਖਾਂ ਨੂੰ ਉਹ ਪ੍ਰੋਗਰਾਮ ਜਿਹੜਾ ਸੀ ਸੰਗਤਾਂ ਦਾ ਪਤਾ ਲੱਗ ਗਿਆ। ਤੇ ਅੱਧੀ ਰਾਤ ਦੇ ਵਕਤ ਮਹਾਂਪੁਰਖ ਆਪ ਉੱਠੇ ਤੇ ਸੰਤ ਕਰਤਾਰ ਸਿੰਘ ਜੀ ਮਹਾਰਾਜ ਜੋ
गड़वई की सेवा करते सी। श्रीमान संत बाबा ठाकुर सिंह जी महाराज वो भी सेवा करते सी। संत करतार सिंह जी महाराज नूं उठाया ते संत बाबा ठाकुर सिंह जी महाराज नूं उठा लिया ते महापुरखा ते समय रेलवे स्टेशन नूं चल पे। बाकी सारे सिंह उत्थे ही बराजे छड्ड दिते ते जदों अपना बंबे दीयां सिख संगतां इकट्ठियां होईयां गुरुद्वारा साहब, पता लगा महापुरुख ते इत्थे है नहीं, ਤਾਂ ਫਿਰ ਸਾਰੇ ਸਿੰਘ ਜਿਹੜੇ ਸੀ ਉਹ ਸਮਾਨ ਸਮੂਨ ਤਾਂ ਰਾਤੀ ਤਿਆਰ ਕਰ ਲਿਆ ਸੀ। ਸਵੇਰੇ ਆਪਣੀ ਸਾਰਿਆਂ ਤਿਆਰੀ ਕੀਤੀ, ਜਿੰਨੀ ਛੇਤੀ ਹੋ ਸਕਦਾ ਸੀ ਤਿਆਰੀ ਕਰਕੇ ਤੇ ਰੇਲ ਦੇ ਚੱਲਣ ਤੋਂ ਕੁਝ ਸਮਾਂ ਪਹਿਲਾਂ ਹੀ ਸਾਰੇ ਜਿਹੜੇ ਸੀ ਸਿੰਘ ਉੱਥੇ ਫਿਰ ਪਹੁੰਚੇ ਸਮਾਨ ਦੀ ਗਿਣਤੀ ਕਰਨੀ, ਕਿਉਂਕਿ ਐਡਾ ਜਥਾ ਸਾਰੇ ਪ੍ਰਬੰਧ ਕਰ ਰਹੇ ਸੀ। ਤੇ ਦਿੱਲੀ ਦੀਆਂ ਵਾਹਿਗੁਰੂ ਬੰਬੇ ਦੀਆਂ ਸਿੱਖ ਸੰਗਤਾਂ ਇੰਨੇ ਪਿਆਰ ਨਾਲ ਉੱਥੇ ਇਕੱਠੀਆਂ ਹੋਈਆਂ। ਮਹਾਂਪੁਰਖ ਜਿੱਥੇ ਬਾਹਰ ਬੈਠਣ ਵਾਲੇ ਹੁੰਦੇ ਨਾ ਗੱਡੀ ਦੀ ਉਡੀਕ ਕਰਨ ਵਾਸਤੇ, ਉਹ ਜਿਹੜੇ ਆ ਉਹ ਸਟੇਸ਼ਨ ਦੇ ਉੱਤੇ ਜਿਹੜਾ ਹੁੰਦਾ ਬੈਂਚ ਬੁੰਚ ਜੇ ਬਹਿਣ ਨੂੰ ਹੁੰਦੇ ਆ, ਉਹ ਸਾਦੇ ਜੇ ਉਹਨਾਂ ਤੇ ਮਹਾਂਪੁਰਖ ਬੈਠੇ ਸੰਤ ਕਰਤਾਰ ਸਿੰਘ ਜੀ ਮਹਾਰਾਜ ਬਾਣੀ ਸੁਣਾ ਰਹੇ ਸੀ। ਤੇ ਸਾਰੀਆਂ ਸੰਗਤਾਂ ਵੇਖ ਕੇ ਬਹੁਤ ਮਹਾਂਪੁਰਖਾਂ ਦੀ ਨਿਮਰਤਾ ਤੇ ਇੰਨਾ ਸੰਗਤਾਂ 'ਚ ਪਿਆਰ ਆਇਆ। ਉਹ ਬੜੇ ਫੁੱਲਾਂ ਦੇ ਹਾਰ ਜਿਹੜੇ ਸੀ ਉਹ ਮਹਾਂਪੁਰਖਾਂ ਦੇ ਗਲ ਪਾ ਕੇ ਫੁੱਲਾਂ ਦੀਆਂ ਬਰਖਾ ਕੀਤੀਆਂ, ਜਕਾਰੇ ਛੱਡੇ ਤੇ ਬੜੇ ਜੋਸ਼ੋ ਖਰੋਸ਼ ਨਾਲ ਬੜੇ ਸਤਿਕਾਰ ਨਾਲ ਮਹਾਂਪੁਰਖਾਂ ਨੂੰ ਵਿਦਾਇਗੀ ਦਿੱਤੀ ਤੇ ਇੰਨਾ ਵੱਡਾ ਉਹਨਾਂ ਦਾ ਮਾਣ ਕੀਤਾ, ਇੰਨਾ ਪਿਆਰ ਕੀਤਾ ਸੰਗਤਾਂ ਨੇ। ਤੇ ਜਦੋਂ ਗੱਡੀ ਤੁਰ ਪਈ, ਸਾਰੇ ਜਥੇ ਦੇ ਸਿੰਘ ਬਹਿ ਗਏ ਸੀ, ਗੱਡੀ ਚੱਲ ਪਈ ਸੀ, ਮਹਾਂਪੁਰਖ ਬਾਣੀ ਸੁਣ ਰਹੇ ਸੀ ਤੇ ਬਾਣੀ ਸੁਣਦਿਆਂ ਅਸ਼ਟਪਦੀ ਸੰਪੂਰਨ ਹੋਣ ਤੇ ਸੰਤ ਕਰਤਾਰ ਸਿੰਘ ਜੀ ਮਹਾਰਾਜ ਨੂੰ ਮਹਾਂਪੁਰਖਾਂ ਨੇ ਆਖਿਆ, ਸੰਤ ਗਿਆਨੀ ਗੁਰਬੰਜਰ ਸਿੰਘ ਜੀ ਮਹਾਰਾਜ ਨੇ, ਕਿ ਭਾਈ ਪੁਰਖਾ ਇਹ ਕਿਤੇ ਮਨ 'ਚ ਭੁਲੇਖਾ ਨਾ ਕਰ ਲਿਓ ਕਿ ਇਹ ਸਤਿਕਾਰ ਸਾਡੇ ਸਰੀਰ ਦੀ ਚਮੜੀ ਦਾ ਹੋਇਆ ਹੈ। ਇਹ ਸਾਡੇ ਸਰੀਰ ਦੀ ਚਮੜੀ ਦਾ ਸਤਿਕਾਰ ਨਹੀਂ, ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਰਹਿਤ ਦਾ ਸਤਿਕਾਰ ਹੈ। ਇਹ ਗੁਰਬਾਣੀ ਦੀ ਕਥਾ ਦਾ ਸਤਿਕਾਰ ਹੈ। ਆਪਾਂ ਮਹਾਰਾਜ ਦੀ ਰਹਿਤ ਕਮਾਉਂਦੇ ਹਾਂ, ਗੁਰੂ ਸਾਹਿਬ ਦੀ ਬਾਣੀ ਦੀ ਕਥਾ ਕਰਦੇ ਹਾਂ, ਇਸ ਕਰਕੇ ਸੰਗਤਾਂ ਸਾਨੂੰ ਐਡਾ ਮਾਣ ਦਿੱਤਾ, ਇੰਨੀ ਫੁੱਲਾਂ ਦੀ ਵਰਖਾ ਕੀਤੀ ਹੈ, ਫੁੱਲਾਂ ਦੇ ਹਾਰ ਸਾਡੇ ਗਲ ਪਾਤੇ। ਇਹ ਗੁਰਬਾਣੀ ਦੀ ਕਥਾ ਦੇ ਹਾਰ ਪਾਏ ਆ ਸੰਗਤਾਂ ਨੇ, ਇਹ ਸੱਚੇ ਪਾਤਸ਼ਾਹ ਜੀ ਦੀ ਰਹਿਤ ਬਹਿਤ ਨੂੰ ਹਾਰ ਪਾਏ ਆ ਸੰਗਤਾਂ ਨੇ। ਇਹ ਮਨ ਵਿੱਚ ਸਮਝਣਾ। ਤੇ ਜਿਹੜਾ ਆਪਾਂ ਭੁਲੇਖਾ ਖਾ ਲੈਂਦੇ ਹਾਂ ਸਰੀਰ ਦਾ ਕਿ ਮੇਰੇ ਸਰੀਰ ਨੂੰ ਕਿਸੇ ਮੱਥਾ ਟੇਕਿਆ, ਮੇਰੇ ਸਰੀਰ ਨੂੰ ਹਾਰ ਪਾਏ ਆ, ਮੇਰੀ ਬੜੀ ਵਡਿਆਈ ਆ, ਮੈਨੂੰ ਬਹੁਤ ਲੋਕ ਨਿਉਂਦੇ ਆ, ਤੇ ਉਹ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਭੁਲੇਖੇ 'ਚ ਪੈ ਜਾਂਦੇ ਆ, ਦੇਹਾਂ ਨਾਸ਼ ਹੋ ਜਾਂਦੀਆਂ। ਇਹ ਸਭ ਕੁਝ ਜਿਹੜਾ ਹੈ ਉਹ ਸਤਿਗੁਰੂ ਜੀ ਕਹਿੰਦੇ ਭਾਈ ਫਿਰ ਮਿਟ ਜਾਂਦਾ ਹੈ, ਖਤਮ ਹੋ ਜਾਂਦਾ, ਰਹਿੰਦਾ ਨਹੀਂ ਹੈ। ਤੋ ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿੱਧਾਂ ਦੇ ਕੀਤੇ ਹੋਏ ਪ੍ਰਸ਼ਨ ਦਾ, ਉਹਨਾਂ ਦੇ ਦਿੱਤੇ ਹੋਏ ਮਹਾਰਾਜ ਨੂੰ ਜਿਹੜੇ ਲਾਲਚ ਸੀ, ਉਹਨਾਂ ਦਾ ਸਤਿਗੁਰਾਂ ਜੀ ਨੇ ਜਵਾਬ ਦਿੱਤਾ ਕਿ ਸਿੱਧੋ ਜੇ ਯੁਗ ਚਾਰੇ ਆਰਜਾ, ਜੇ 4 ਯੁਗ ਉਮਰ ਵੱਧ ਜਾਵੇ ਤੇ ਹੋਰ ਦੁਸ਼ਮਣੀ ਹੋਏ, ਇਸ ਤੋਂ 10 ਗੁਣਾ ਹੋਰ ਜਿਹੜੀ ਆ 43 ਯੁਗ ਲੰਬੀ ਉਮਰ ਹੋ ਜਾਵੇ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਵਾਂ ਖੰਡਾਂ ਵਿੱਚ ਜਾਣੀਏ, ਨਵਾਂ ਖੰਡਾਂ ਦੇ ਅੰਦਰ ਜਾਣਿਆ ਜਾਵੇ, ਹਰ ਇੱਕ ਨੂੰ ਹੀ ਪਤਾ ਹੋਵੇ ਕਿ ਉਹ ਕੌਣ ਨੇ, ਨਾਮ ਲੈਂਦੇ ਹੀ ਬੁੱਝ ਲੈਣ, ਨਾਲ ਚੱਲੈ ਸਭ ਕੋਏ, ਸਾਰੇ ਨਾਲ ਹੀ ਤੁਰ ਪੈਣ ਜਿੱਧਰ ਨੂੰ ਜਾਵੇ। ਤੇ ਜਿਵੇਂ ਉਹ ਦੱਤਾਤਰੇय ਨੇ ਆਪਣਾ ਪੰਥ ਤੋਰਿਆ ਸੀ ਨਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਿਹੜਾ ਦਸਮ ਬਾਣੀ ਦੇ ਅੰਦਰ ਉਹ ਬੜਾ ਉਹ ਜ਼ਿਕਰ ਕੀਤਾ, ਕਿਹੋ ਜਿਹਾ ਪ੍ਰਤਾਪੀ ਹੀ, ਲੋਕ ਸਾਰੇ ਮਗਰ ਲੱਗ ਤੁਰੇ। ਮਗਰ ਲੱਗਣ ਤੁਰਨਾ ਵੀ ਹੁੰਦਾ ਕਿ ਜਿਵੇਂ ਕੋਈ ਆਪਣੇ ਵਿਚਾਰਾਂ ਦੀ ਪ੍ਰਸਿੱਧੀ ਨਾਲ ਤੇ ਆਪਣੇ ਜਿਹੜਾ ਹੈ ਪ੍ਰਭਾਵ ਦੇ ਨਾਲ ਲੋਕਾਂ ਨੂੰ ਉਹ ਮਗਰ ਲਾ ਲਵੇ ਤੇ ਲੋਕ ਸਾਰੇ ਉਹਦੀਆਂ ਹੀ ਦਵਾਈਆਂ ਖਰੀਦੀ ਜਾਣ, ਉਹਦੇ ਹੀ ਗੁਣ ਗਾਈ ਜਾਣ ਕਿ ਇੱਦਾਂ ਸਾਹ ਚੜਾਈ ਦੇ, ਇੱਦਾਂ ਤਾਰੀ ਦੇ ਆ। ਤੇ ਜੇ ਇਸ ਤਰ੍ਹਾਂ ਵੀ ਹੋ ਜਾਵੇ ਤੇ ਨਾਮ ਵੀ ਇੰਨਾ ਉਹਨੇ ਚੰਗਾ ਵੱਡਾ ਕਰਕੇ ਰਖਾਇਆ ਹੋਵੇ ਕਿ ਨਾਂ ਦੇ ਅੱਗੇ ਲਕਬ ਬੜੇ ਲਾਏ ਹੋਣ, ਪਿੱਛੇ ਵੀ ਚੰਗਾ ਨਾਮ ਦੂਰ ਤੱਕ ਲਿਆ ਜਾਂਦਾ ਹੋਵੇ, ਤੇ ਫਿਰ ਮਹਾਰਾਜ ਨੇ ਕਿਹਾ ਸਾਹਮਣੇ ਵੀ ਲੋਕ ਜਸ ਕਰਨ ਕਿ ਮਹਾਰਾਜ ਸੰਤ ਜੀ ਤਾਰ ਤੁਸੀਂ, ਤੁਹਾਡੇ ਵਰਗਾ ਨਹੀਂ ਕੋਈ ਵੀ, ਪਿੱਠ ਪਿੱਛੇ ਵੀ ਜਿਹੜਾ ਉਹ ਜਗਤ ਦੇ ਅੰਦਰ ਕੀਰਤੀ ਲੋਕ ਗਾਉਣ, ਬੜੀ ਜ਼ਿਆਦੀ ਵਡਿਆਈ ਕਰਨ, ਇਹ ਜਗਤ ਦੇ ਅੰਦਰ ਲੈ ਭਾਵ ਪ੍ਰਾਪਤ ਕਰ ਲਵੇ। ਪਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੇ ਆਪਣਾ ਮਨ ਪ੍ਰੀਤ ਵਿੱਚ ਨਹੀਂ ਭਿੱਜਿਆ, ਵਾਹਿਗੁਰੂ ਦੇ ਨਾਮ ਵਿੱਚ ਨਹੀਂ ਲੱਗਿਆ, ਵਾਹਿਗੁਰੂ ਦੀ ਮਿਹਰ ਦੀ ਨਿਗਾਹ ਨਹੀਂ ਹੋਈ, ਜੇ ਤਿਸ ਨਦਰ ਨਾ ਆਵਈ, ਜੇ ਮਹਾਰਾਜ ਕਹਿੰਦੇ ਏਡੀ ਵੱਡੀ ਤਾਕਤ ਵਾਲਾ ਵੀ ਬਣ ਜਾਵੇ, ਪਰ ਜੇ ਤਿਸ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਵਿੱਚ ਨਾ ਆਵੇ, ਭਾਵ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਨਾ ਬਣੇ, ਤਾਂ ਬਾਤ ਨਾ ਪੁੱਛਿਆ ਕਿ, ਤਾਂ ਇੱਕ ਦਿਨ ਐਸੀ ਹਾਲਤ ਹੁੰਦੀ ਹੈ ਕਿ ਕੋਈ ਗੱਲ ਵੀ ਨਹੀਂ ਪੁੱਛਦਾ, ਕੋਈ ਬੁਲਾਉਂਦਾ ਵੀ ਨਹੀਂ, ਐਸੀ ਦੁਰਦਸ਼ਾ ਹੋ ਜਾਂਦੀ ਹੈ। ਇਸ ਕਰਕੇ ਇਹ ਸਿੱਧੋ ਇਸ ਪ੍ਰਤਾਪ ਨੂੰ ਪਾ ਕੇ ਕੀ ਲੈਣਾ,
परमेश्वर की कृपा भरी निगाह तो बिना एडे वड्डे प्रताप नूं प्राप्त करके की लैना है। सच्चे पातशाह जी महाराज कहते सगों ये हालत हुंदी है एक दिन उस हंकारी दी, फिर कीटा अंदर कीट कर, वाहिगुरु ਉਹਨੂੰ ਕੀੜਿਆਂ ਵਿੱਚ ਕੀੜਾ ਬਣਾ ਕਰਕੇ ਜਿਹੜਾ ਨਾ ਉਹ ਪਾ ਦਿੰਦਾ ਹੈ। ਕੀੜਿਆਂ ਦੇ ਅੰਦਰ ਕੀੜਾ, ਜਿਵੇਂ ਕੁੱਤਾ ਤੇ ਅੱਗੇ ਨਖਿੱਧ ਜੂਨ ਹੈ ਤੇ ਉਹਦੇ ਜ਼ਖਮ ਜਦੋਂ ਜਿੱਥੇ ਤੱਕ ਉਹਦੀ ਜੀਭ ਜਾਂਦੀ ਉਹ ਚੱਟ ਕੇ ਰਾਜੀ ਕਰ ਲੈਂਦਾ, ਪਰ ਜਦੋਂ ਜੀਭ ਨਹੀਂ ਜਾਂਦੀ ਉੱਥੇ ਗਲ ਕੇ ਕਿਰਮ ਪੈ ਜਾਂਦੇ ਆ। ਉਹ ਸਾਖੀ ਆਉਂਦੀ ਨਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ, ਜਿਹੜੇ ਸੱਪ ਦੇ ਅੰਦਰ ਕਿਰਮ ਪਏ ਹੋਏ ਸੀਗੇ ਗੁਰਦੁਆਰਾ ਕਲਿਆਣਸਰ ਸਾਹਿਬ ਲਧਾਈ ਕੇ, ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਸ ਜੰਗਲ ਦੇਸ਼ 'ਚ ਵਿਚਰਦੇ ਹੋਏ ਗਏ ਤੇ ਵੱਡਾ ਅਸਰਾਲ ਜਿਹੜਾ ਸੀ ਉਹ ਮਹਾਰਾਜ ਵੱਲ ਵਧਿਆ ਆਵੇ, ਤੇ ਬਿਧੀ ਚੰਦ ਜੀ ਨੇ ਵੇਖਿਆ ਮਹਾਰਾਜ ਵੱਲ ਨੂੰ ਵਧਿਆ ਆਉਂਦਾ, ਉਹ ਸ੍ਰੀ ਸਾਹਿਬ ਕੱਢ ਕੇ ਜਦੋਂ ਅੱਗੇ ਹੋਏ ਮਾਰਨ ਨੂੰ, ਤੇ ਪਰ ਮਹਾਰਾਜ ਤਾਂ ਜਾਣਦੇ ਸੀ ਨਾ ਵੀ ਸਾਨੂੰ ਖਾਣ ਨਹੀਂ ਆਉਂਦਾ ਅਸਰਾਲ, ਇਹ ਤਾਂ ਸ਼ਰਨ ਆਉਂਦਾ। ਮਹਾਰਾਜ ਨੇ ਕਿਹਾ ਵੀ ਬਿਧੀ ਚੰਦ ਜੀ ਇਹ ਸ਼ਰਨ ਆਉਂਦਾ, ਆਉਣ ਦਿਓ ਇਹਨੂੰ, ਮਾਰਿਓ ਨਾ। ਤੇ ਜਦੋਂ ਉਹ ਮਹਾਰਾਜ ਦੇ ਅੱਗੇ ਆਇਆ ਤੇ ਗੁਰੂ ਸਾਹਿਬ ਨੇ ਆਪਣਾ ਨਾ ਸੱਜਾ ਚਰਨ ਉਠਾ ਕੇ ਉਹਦੇ ਮੂੰਹ ਤੇ ਲਾਇਆ, ਜਦੋਂ ਮਹਾਰਾਜ ਸਾਹਿਬ ਨੇ ਲਾਇਆ ਤੇ ਉਸੇ ਵੇਲੇ ਉਹ ਪਾਟ ਗਿਆ ਸੱਪ ਸਾਰਾ, ਤੇ ਉਹਦੇ ਵਿੱਚ ਨਿੱਕੇ ਨਿੱਕੇ ਕਿਰਮ ਜਿਹੜੇ ਸੀ ਉਹ ਚੱਲਦੇ, ਤੇ ਉਹ ਫਿਰ ਦਿਵ ਰੂਪ ਚ ਪ੍ਰਗਟ ਹੋਇਆ। ਉਹਨੇ ਫਿਰ ਦੱਸਿਆ ਆਪਣੀ ਵੀ ਮੇਰੀ ਕੀ ਹਾਲਤ ਸੀ। ਉਹਨੇ ਕਿਹਾ ਮਹਾਰਾਜ ਵੀ ਮੈਂ ਨਾ ਬੜਾ ਜ਼ਿਆਦਾ ਜਿਹੜੀ ਸੀ ਆਪਣੀ ਪ੍ਰਾਣਾਯਾਮ ਨਾਲ ਉਮਰ ਵਧਾਈ ਸੀਗੀ, ਤੇ ਬੜਾ ਲੋਕ ਮੈਨੂੰ ਆ ਕੇ ਮੱਥੇ ਟੇਕਦੇ ਸੀ, ਨਾਮ ਮੇਰਾ ਬਹੁਤ ਜ਼ਿਆਦਾ ਪ੍ਰਸਿੱਧ ਸੀਗਾ, ਤੇ ਮੂੰਹ ਤੇ ਵੀ ਲੋਕ ਜਸ ਕਰਦੇ ਸੀ, ਪਿੱਠ ਪਿੱਛੇ ਵੀ ਲੋਕ ਬੜੀ ਕੀਰਤੀ ਗਾਉਂਦੇ ਸੀ, ਮੇਰੇ ਨਾਂ ਦੇ ਡੰਕੇ ਵੱਜਦੇ ਸੀ। ਤੇ ਸਿੱਖ ਕਹਿੰਦੇ ਫਿਰ ਤੇਰੀ ਇਹ ਹਾਲਤ ਕਿਉਂ ਹੋਈ? ਕਹਿੰਦਾ ਮੈਂ ਆਪ ਮੁਕਤ ਨਹੀਂ ਸੀਗਾ, ਤੇ ਜਿਹੜੇ ਮੈਨੂੰ ਲਿਆ ਕੇ ਭੇਟਾਂ ਚੜਾਉਂਦੇ ਸੀ, ਕੋਈ ਦੁੱਧ ਲਿਆਉਂਦਾ ਸੀ, ਕੋਈ ਦਹੀਂ ਲਿਆਉਂਦਾ ਸੀ, ਮੇਰਾ ਸਤਿਕਾਰ ਕਰਦੇ, ਕੋਈ ਮੈਨੂੰ ਮਾਇਆ ਚੜਾਉਂਦਾ, ਤੇ ਉਹਨਾਂ ਨੂੰ ਮੈਂ ਕਹਿੰਦਾ ਤੁਹਾਨੂੰ ਮੁਕਤ ਕਰੂੰਗਾ। ਉਦੋਂ ਤੇ ਮੈਂ ਲਾਰੇ ਲਾਈ ਗਿਆ, ਪਰ ਮੈਂ ਮੁਕਤ ਤੇ ਆਪ ਨਹੀਂ, ਤਾਂ ਉਹਨਾਂ ਨੂੰ ਕੀ ਕਰਨਾ ਸੀ। ਇਸ ਕਰਕੇ ਦਸਵੇਂ ਪਾਤਸ਼ਾਹ ਨੇ ਕਿਹਾ ਨਾ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਹ ਲੀਨ। ਉਹ ਫਿਰ ਨਰਕਾਂ ਦੇ ਅੰਦਰ ਉਹਨਾਂ ਨੂੰ ਵਾਸਾ ਪ੍ਰਾਪਤ ਹੁੰਦਾ ਹੈ। ਕੀ ਲੈਣਾ ਫਿਰ ਏਡੀ ਵੱਡੀ ਪ੍ਰਸਿੱਧੀ ਤੋਂ। ਉਹ ਜਿਹਦੀ ਜਿੰਨੀ ਜੈ-ਜੈਕਾਰ ਹੁੰਦੀ ਹੈ ਨਾ, ਉਹ ਉਹਨਾਂ ਹਉਮੈ ਦਾ ਕਿੱਲਾ ਸਗੋਂ ਗਲ 'ਚ ਠੁਕਿਆ ਰਹਿੰਦਾ, ਤੇ ਉਹ ਚਿੰਤਾ ਨਾਲ ਹੀ ਇੱਧਰ ਉੱਧਰ ਜ਼ਿੰਦਗੀ 'ਚ ਵਿਚਰਦਾ ਰਹਿੰਦਾ। ਤੇ ਜਿਹੜਾ ਫਕੀਰ ਹੁੰਦਾ ਉਹਨੂੰ ਨਾ ਕਿਸੇ ਦੇ ਸਤਿਕਾਰ ਦੀ ਇੱਛਾ, ਨਾ ਕਿਸੇ ਦੇ ਅਪਮਾਨ ਦੀ ਪਰਵਾਹ ਹੈ, ਉਹ ਆਪਣੀ ਜ਼ਿੰਦਗੀ ਦਾ ਲੁਤਫ ਲੈਂਦੇ ਆ, ਆਨੰਦ ਲੈਂਦੇ ਆ, ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੇ ਨਿਹਾਲ ਹੋਏ ਰਹਿੰਦੇ ਆ। ਤੇ ਜਦੋਂ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣੇ, ਤੇ ਇਹ ਸਾਰੀ ਵਡਿਆਈ, ਇਹ ਸਾਰਾ ਦਿਖਾਵਾ ਸਗੋਂ ਦੁੱਖ ਰੂਪ ਹੋ ਕਰਕੇ ਜੀਵ ਨੂੰ ਚਿੰਬੜਦਾ। ਤੇ ਉਹਨੇ ਕਿਹਾ ਮਹਾਰਾਜ ਇਹ ਜਿਹੜੇ ਕੀੜੇ ਆ ਮੇਰੇ ਅੰਦਰ, ਇਹ ਮੇਰੇ ਚੇਲੇ ਸੀ ਸਾਰੇ, ਮੈਨੂੰ ਲਿਆ ਕੇ ਪਦਾਰਥ ਖਵਾਉਂਦੇ ਸੀ, ਤੇ ਹੁਣ ਮੇਰਾ ਮਾਸ ਕੱਟ ਕੇ ਖਾ ਰਹੇ ਆ ਕਿ ਸਾਨੂੰ ਮੁਕਤ ਕਰ। ਮੈਂ ਮੁਕਤ ਕਿੱਥੋਂ ਕਰਦਾ, ਮੁਕਤ ਤਾਂ ਮੈਂ ਆਪ ਨਹੀਂ। ਤੇ ਮਹਾਰਾਜ ਹੁਣ ਆਪ ਜੀ ਦੇ ਚਰਨਾਂ ਨਾਲ ਮੇਰਾ ਸਰੀਰ ਛੋਇਆ, ਤੇ ਮੈਨੂੰ ਇਹਨਾਂ ਮੇਰੇ ਸਾਰੇ ਜਿਹੜੇ ਚੇਲੇ ਸੀ ਇਹਨਾਂ ਨੂੰ ਵੀ ਨਾਲ ਹੀ ਮਹਾਰਾਜ ਸਦਗਤੀ ਪ੍ਰਾਪਤ ਹੋ ਗਈ ਹੈ। ਪੂਰੇ ਗੁਰੂ ਜੀ ਦੇ ਚਰਨਾਂ ਦੇ ਨਾਲ ਛੋਹਣੇ ਕਰਕੇ ਵੇਖੋ ਕਿੱਡਾ ਵੱਡਾ ਫਲ ਪ੍ਰਾਪਤ ਹੋਇਆ। ਤੇ ਜੇ ਕਿਸੇ ਅਧੂਰੇ ਦੇ ਚਰਨਾਂ ਨਾਲ ਲਿਪਟਦੇ ਰਹੋਗੇ ਤਾਂ ਉੱਥੇ ਤਾਂ ਫਿਰ ਕੁਛ ਨਹੀਂ ਪ੍ਰਾਪਤ ਹੋਣਾ ਨਾ। ਇਸ ਕਰਕੇ ਵੇਖ ਕਰਕੇ ਕਿ ਜਿੱਥੇ ਸਾਨੂੰ ਸਰੀਰ ਦਾ ਭਾਵ ਮਿਟਦਾ ਹੈ, ਦੇਹ ਦਾ ਭਾਵ ਨਹੀਂ, ਜਿੱਥੇ ਦੇਹ ਦਾ ਭਾਵ ਦਿਖਾਇਆ ਜਾਂਦਾ ਹੈ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਅਨੁਸਾਰ ਨਹੀਂ। ਜਿੱਥੇ ਸਰੀਰਾਂ, ਹਾਂ ਗੁਰਸਿੱਖਾਂ ਦੀ, ਗੁਰਮੁਖਾਂ ਦੀ ਜਿਹੜੀ ਵਡਿਆਈ ਕਰਨੀ ਚਾਹੀਦੀ ਕਿਉਂਕਿ ਨਾਮ ਜਪਦੇ ਆ, ਪਰ ਉਹ ਗੁਰਮੁਖ ਦੇ ਆਪਣੇ ਅੰਦਰ ਜਿਹੜੀ ਆ ਉਹ ਇੱਛਾ ਜਿਹੜੀ ਆ ਉਹ ਨਹੀਂ ਚਾਹੀਦੀ ਕਿ ਮੇਰਾ ਵੱਡਾ ਨਾਮ ਹੋਵੇ, ਲੋਕ ਮੇਰੀ ਕੀਰਤੀ ਗਾਉਣ। ਤੇ ਜਿੱਦਾਂ ਆਪਾਂ ਕਥਾ ਕਰਦੇ ਹਾਂ, ਕੀਰਤਨ ਕਰਦੇ ਹਾਂ, ਜਦੋਂ ਆਪਾਂ ਕਿਸੇ ਜਗਿਆਸੂ ਨੂੰ, ਸਰੋਤੇ ਨੂੰ ਆਨੰਦ ਆਉਂਦਾ ਹੈ ਕੀਰਤਨ ਸੁਣ ਕੇ, ਕਥਾ ਸੁਣ ਕੇ, ਉੱਠ ਕੇ ਸਾਡੀ ਸਿਫਤ ਕਰਦੇ ਆ। ਉਹ ਸਿਫਤ ਮਹਾਰਾਜ ਦੀ ਬਾਣੀ ਦੀ ਕਥਾ ਕਰਕੇ ਕਰਦੇ ਆ, ਕੀਰਤਨ ਸੁਣ ਕੇ ਕਰਦੇ ਆ। ਤੇ ਜੇ ਕਹੀਏ ਸਾਡੇ ਸਰੀਰ ਦੀ ਕਰਦੇ ਆ ਤੇ ਫਿਰ ਤਾਂ ਅਸੀਂ ਫਸ ਗਏ ਸਗੋਂ ਉਹ ਕੰਮ 'ਚ। ਫਿਰ ਜੇ ਉਹ ਕੀਰਤੀ ਵਿੱਚ ਅਸੀਂ ਫਸ ਜਾਈਏ ਨਾ, ਤੇ ਫਿਰ ਉਹ ਪਰਲੋਕ ਵਿੱਚ ਸਗੋਂ ਨੁਕਸਾਨ ਕਰਦੀ ਹੈ, ਫਾਇਦਾ ਨਹੀਂ ਕਰਦੀ ਉਹ ਕੀਰਤੀ ਸਾਡਾ। ਤੇ ਜੇ ਇਹ ਸਮਝੀਏ ਕਿ ਮਹਾਰਾਜ ਦੀ ਬਾਣੀ ਦੀ ਕਥਾ ਦਾ ਜਸ ਕੀਤਾ ਜਾ ਰਿਹਾ ਹੈ, ਇਹ ਮਹਾਰਾਜ ਦੀ ਬਾਣੀ ਦੇ ਕੀਰਤਨ ਦਾ ਜਿਹੜਾ ਸਤਿਕਾਰ ਕੀਤਾ ਜਾ ਰਿਹਾ, ਤੇ ਫਿਰ ਸਾਡਾ ਵੀ ਭਲਾ ਹੋ ਜਾਂਦਾ, ਅਸੀਂ ਵੀ ਨਾਲ ਹੀ ਤਰ ਜਾਂਦੇ ਹਾਂ। ਤੇ ਜੇ ਅਸੀਂ ਇਹ ਸਮਝ ਲਈਏ ਕਿ ਮੇਰੇ ਵਰਗਾ ਬਸ ਹੋਰ ਕੋਈ ਨਹੀਂ ਤੇ ਮੈਂ ਹੀ ਮੈਂ ਆ, ਤੇ ਫਿਰ ਫਸ ਜੀਦਾ, ਫਿਰ ਪ੍ਰਲੋਕ 'ਚ ਛੁਟਕਾਰਾ ਨਹੀਂ ਸਗੋਂ ਸਜ਼ਾ ਮਿਲਦੀ ਹੈ।
इस करके सच्चे पातशाह जी महाराज सानू सच दा मार्ग गरीब नवाज ने दिखाया। सिद्धां नूं महाराज सच्चे पातशाह जी सच दा मार्ग दिखा रहे हैं। सच्चे पातशाह जी महाराज कहंदे आ कि इहो जिहा सिद्धो जे बने तां फिर एक दिन ऐसा आउंदा है कि पखंड करने करके सगों परमेश्वर दी दरगाह दे अंदर सजा रूप विच की जन्म प्राप्त हुंदा है, कीटां अंदर कीट कर, कीड़ियां विच भी कीड़ा जिहड़ा ना वाहिगुरू बना करके ਉਹ ਭੇਜ ਦਿੰਦਾ ਹੈ ਸੰਸਾਰ ਦੇ ਅੰਦਰ। ਤੇ ਫਿਰ ਉਹ ਵਡਿਆਈਆਂ ਕਿੱਥੇ ਚਲੀ ਗਈਆਂ। ਜਿਵੇਂ ਇੱਕ ਹੋਰ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਨਾ ਸ਼੍ਰੀ ਰਾਮਚੰਦਰ ਜੀ ਆਪਣੀ ਸਭਾ 'ਚ ਬੈਠੇ ਹੋਏ ਸੀ ਤੇ ਬੈਠਿਆਂ ਸਾਰੀ ਸਭਾ ਲੱਗੀ ਆ, ਵਸ਼ਿਸ਼ਟ ਜੀ ਬੈਠੇ ਆ, ਹੋਰ ਜਿਹੜੇ ਆ ਅਮੀਰ ਵਜ਼ੀਰ ਬੈਠੇ ਆ, ਰਿਖੀ ਮੁਨੀ ਬੈਠੇ ਆ, ਤੇ ਸ਼੍ਰੀ ਰਾਮਚੰਦਰ ਜੀ ਨਾ ਸੁਭਾਇਕ ਹੀ ਹੱਸ ਪਏ। ਤੇ ਜਦੋਂ ਹੱਸੇ ਇਕੱਲੇ ਸ਼੍ਰੀ ਰਾਮਚੰਦਰ ਜੀ ਹੱਸੇ ਤੇ ਵਸ਼ਿਸ਼ਟ ਜੀ ਨੇ ਪੁੱਛਿਆ ਮਹਾਰਾਜ ਤੁਸੀਂ ਹੱਸੇ ਕਿਉਂ ਆ। ਤੇ ਸ਼੍ਰੀ ਰਾਮਚੰਦਰ ਜੀ ਕਿਹਾ ਵੀ ਹੋਰ ਕਿਸੇ ਨੂੰ ਨਹੀਂ ਦਿਸ ਰਿਹਾ। ਕਹਿੰਦੇ ਉਹ ਕੀੜੇ ਦੀ ਹਾਲਤ ਵੇਖ ਕੇ ਅਸੀਂ ਗੁਰੂਦੇਵ ਹੱਸੇ ਆ। ਵਸ਼ਿਸ਼ਟ ਜੀ ਗੁਰੂ ਜੀ ਸਨ ਉਹਨਾਂ ਦੇ। ਤੇ ਸ਼੍ਰੀ ਰਾਮਚੰਦਰ ਜੀ ਨੇ ਜਦੋਂ ਇਉਂ ਕਿਹਾ ਵੀ ਉਹ ਕੀੜੇ ਨੂੰ ਵੇਖ ਕੇ ਹੱਸੇ ਆ, ਤੇ ਵਸ਼ਿਸ਼ਟ ਜੀ ਨੇ ਬ੍ਰਹਮ ਗਿਆਨੀ ਸੀ ਉਹ ਵੀ, ਉਹ ਕਹਿੰਦੇ ਮਹਾਰਾਜ ਸਾਰੀ ਸਭਾ ਨੂੰ ਸਰਬੱਗਤਾ ਦਿਓ ਤੇ ਇਹ ਵੇਖ ਸਕੇ ਕਿ ਕੀੜੇ ਨੂੰ ਵੇਖ ਕੇ ਤੁਸੀਂ ਹੱਸੇ ਕਿਉਂ ਆ। ਤੇ ਜਦੋਂ ਫਿਰ ਸਾਰੀ ਸਭਾ ਨੂੰ ਸਰਬੱਗਤਾ ਦਿੱਤੀ, ਜਦੋਂ ਸਾਰਿਆਂ ਨੂੰ ਸਰਬੱਗਤਾ ਹੋ ਗਈ ਤਾਂ ਸ਼੍ਰੀ ਰਾਮਚੰਦਰ ਜੀ ਨੇ ਫਿਰ ਪੁੱਛਿਆ ਵੀ ਦੱਸੋ ਇਹ ਕੌਣ ਸੀ ਕੀੜਾ ਤੁਸੀਂ ਜਦੋਂ ਮਤਲਬ ਵੇਖਿਆ। ਤਾਂ ਉਹ ਫਿਰ ਸਾਰੇ ਕਹਿਣ ਲੱਗੇ ਮਹਾਰਾਜ ਅਸੀਂ ਤੇ ਵੇਖ ਲਿਆ ਕੀੜਾ 14 ਵਾਰੀ ਕਹਿੰਦੇ ਇੰਦਰ ਪਦਵੀ ਨੂੰ ਪਾ ਚੁੱਕਾ ਹੈ ਉਹ ਕੀੜਾ। ਤੇ ਉਹ ਕੀਟ ਬਣੇ ਦੀ ਹੀ ਇਹੋ ਜਿਹੀ ਹਾਲਤ ਹੈ, ਪਿਛਲੀਆਂ ਲੱਤਾਂ ਟੁੱਟੀਆਂ ਤੇ ਫਿਰ ਵੀ ਜਿਹੜਾ ਨਾ ਉਹ ਇੱਕ ਤਖਤ ਜਿਹੜਾ ਸੀ ਉਹਦੇ ਉੱਤੇ ਚੜ੍ਹਨ ਦਾ ਉਹ ਯਤਨ ਕਰ ਰਿਹਾ ਸੀ ਤੇ ਡਿੱਗ ਪੈਂਦਾ ਸੀ, ਬਾਰ-ਬਾਰ ਚੜ੍ਹਦਾ ਸੀ ਡਿੱਗ ਪੈਂਦਾ ਸੀਗਾ। ਇਸ ਕਰਕੇ ਇੰਦਰ ਲੋਕ ਦੀ ਪਦਵੀ ਨੂੰ ਪ੍ਰਾਪਤ ਕਰਕੇ ਵੀ 14 ਵਾਰ ਇੰਦਰ ਦੇ ਤਖਤ ਤੇ ਬਹਿ ਗਿਆ। ਆਪਾਂ ਦੇ ਜੀਵ ਆ ਛੋਟੇ ਜੇ, ਇਹ ਸਮਝਣ ਮਾਤਰ ਸਾਖੀਆਂ ਹੁੰਦੀਆਂ ਕਿ ਐਡੀ ਵੱਡੀ ਪਦਵੀ ਨੂੰ ਪਾ ਕਰਕੇ ਵੀ ਫਿਰ ਇਹੋ ਜਿਹੀ ਹਾਲਤ ਹੋਈ ਕਿ ਕੀੜਿਆਂ ਦੇ ਅੰਦਰ ਕੀੜਾ ਬਣ ਕਰਕੇ ਉਹ ਪੈਦਾ ਹੋਇਆ। ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਇੰਦਰ ਲੋਕ ਸਿਵ ਲੋਕਹਿ ਜੈਬੋ, ਓਛੇ ਤਪ ਕਰ ਬਾਹੁਰ ਐਬੋ। ਇਹੋ ਜਿਹੇ ਪ੍ਰਤਾਪ ਵਡਿਆਈ ਕਰਕੇ ਬਾਰ-ਬਾਰ ਜਨਮ ਲੈਣਾ ਪੈਂਦਾ ਹੈ, ਬਾਰ-ਬਾਰ ਜੀਵ ਨੂੰ ਦੁੱਖ ਸਹਾਰਨੇ ਪੈਂਦੇ ਆ। ਦੱਸੋ ਉਹ ਰਖਾਇਆ ਹੋਇਆ ਐਡਾ ਵੱਡਾ ਨਾਮ ਕਿਹੜੇ ਕੰਮ ਆਇਆ। ਦਸਮ ਦਵਾਰ ਵਿੱਚ ਚੜਾਈ ਹੋਈ ਸੁਰਤ ਜਿਹੜੀ ਉਹ ਕਿਹੜੇ ਕੰਮ ਆਈ, ਕੰਮ ਹੀ ਨਹੀਂ ਕਿਸੇ ਆਈ, ਸਵਾਰ ਹੀ ਨਹੀਂ ਸਕੀ ਕੁਛ। 4 ਯੁੱਗ ਤੋਂ ਭਾਵ 43 ਯੁੱਗ ਹੋਰ ਦਸੋਣੀ, ਇੰਨੀ ਉਮਰ ਲੰਮੀ ਵਧਾ ਛੱਡੀ। ਜਿਹੜਾ ਇੱਕ ਜ਼ਿਕਰ ਆਉਂਦਾ ਨਾ ਜਦੋਂ ਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਹੜਾ ਸਰੋਵਰ ਦਾ ਨਾਮ ਸੰਤੋਖਸਰ ਸਾਹਿਬ ਹੈ, ਮਹਾਰਾਜ ਸਾਹਿਬ ਜੀ ਉੱਥੇ ਜਦੋਂ ਖੁਦਾਈ ਕਰਾ ਰਹੇ ਸੀਗੇ ਨਾ, ਉੱਥੇ ਇੱਕ ਸਰੋਵਰ ਦੀ ਖੁਦਾਈ ਕਰਦਿਆਂ ਮਾਠਾ ਆ ਗਿਆ ਥੱਲੇ, ਕਈਆਂ ਦੇ ਮੂੰਹ ਮੁੜਨ ਲੱਗ ਗਏ। ਤੇ ਮਹਾਰਾਜ ਨੂੰ ਸਿੱਖਾਂ ਨੇ ਦੱਸਿਆ ਮਹਾਰਾਜ ਇੱਕ ਵੱਡੀ ਚਟਾਨ ਆ ਗਈ ਆ ਤੇ ਉਹ ਕਈਆਂ ਨਹੀਂ ਉੱਥੇ ਚੱਲਦੀਆਂ। ਮਹਾਰਾਜ ਨੇ ਕਿਹਾ ਵੀ ਉਹਨੂੰ ਦੁਆਲਿਓਂ ਖੋਦ ਲਓ। ਤੇ ਜਦੋਂ ਦੁਆਲਿਓਂ ਖੋਦ ਲਿਆ ਉਹ ਵੱਡਾ ਇੱਕ ਮੱਠ ਸੀਗਾ। ਤੇ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਇਹਦੇ ਅੰਦਰ ਜੋਗੀ ਬੈਠਾ, ਇਹਦਾ ਦਰਵਾਜ਼ਾ ਲੱਭੋ। ਪੱਥਰ ਦੇ ਨਾਲ ਮੀਚਿਆ ਗਿਆ ਸੀ, ਉਹ ਫਿਰ ਮਿੱਟੀ ਹਟਾ ਕੇ ਸਾਫ਼ ਕਰਕੇ ਇੱਕ ਪੱਥਰ ਲੱਭਾ। ਤੇ ਉਹ ਜਦੋਂ ਪੱਥਰ ਨੂੰ ਫਿਰ ਹਟਾਇਆ ਗਿਆ ਤੇ ਉਹ ਅੰਦਰ ਜਦੋਂ ਵੇਖਿਆ ਤੇ ਉਹ ਜੋਗੀ ਪੁਰਖ ਸਮਾਧੀ ਲਾਈ ਬੈਠਾ ਹੈ। ਮਹਾਰਾਜ ਨੇ ਫਿਰ ਆਖਿਆ ਵੀ ਇਹਦਾ ਸਰੀਰ ਸਾਰਾ ਰੂੰ ਚ ਲਪੇਟ ਲਓ। ਤੇ ਇਹ ਵੀ ਜ਼ਿਕਰ ਆਉਂਦਾ ਹੁਣ ਜਦੋਂ ਉਹਦਾ ਸਾਰਾ ਸਰੀਰ ਰੂੰ ਚ ਲਪੇਟਿਆ ਨਾ ਤੇ ਉਹਨੂੰ ਫਿਰ ਜਿਹੜਾ ਸੀ ਕੀ ਨਾਂ ਲੈਂਦੇ ਆ ਉਹਦਾ ਪ੍ਰਾਣ ਉਹਦੇ ਉਤਾਰਨ ਵਾਸਤੇ ਗੁਰੂ ਸਾਹਿਬ ਨੇ ਉਹਦੇ ਤਲੀਆਂ 'ਚ ਸਿਰ 'ਚ ਤੇ ਸਿੱਖਾਂ ਕੋਲੋਂ ਨਾ ਮਾਲਿਸ਼ ਕਰਵਾਈ ਤੇ ਹੌਲੀ ਹੌਲੀ ਉਹਦੇ ਪ੍ਰਾਣ ਜਿਹੜੇ ਸੀ ਉਤਰੇ। ਤੇ ਜਦੋਂ ਪ੍ਰਾਣ ਉਤਰੇ ਤੇ ਉਹਨੇ ਪੁੱਛਿਆ ਵੀ ਕਿਹੜਾ ਸਮਾਂ ਚੱਲ ਰਿਹਾ, ਤੇ ਸਿੱਖਾਂ ਨੇ ਕਿਹਾ ਵੀ ਇਹ ਕਲਯੁਗ ਆ। ਕਹਿੰਦਾ ਮੈਂ ਸਤਯੁਗ ਦਾ ਬੈਠਾ। ਵੇਖ ਲਓ ਇੰਨੀ ਲੰਬੀ ਉਹਨ ਤਾੜੀ ਲਾਈ, ਸਮਾਧੀ ਲਾਈ ਭਾਵ ਦਸਮ ਦਵਾਰ ਦੇ ਵਿੱਚ। ਤੇ ਉਸ ਸਮੇਂ ਉਹਨੇ ਇਹ ਵੀ ਦੱਸਿਆ, ਜ਼ਿਕਰ ਕੀਤਾ ਵੀ ਪੁੱਛਦਾ ਬਿਆਸ ਦਰਿਆ ਕਿੱਥੇ ਚੱਲਦਾ, ਕਹਿੰਦੇ ਜੀ ਉਹ ਗੋਇੰਦਵਾਲ ਸਾਹਿਬ ਲਾਗੇ ਚੱਲਦਾ। ਤੇ ਉਹਨਾਂ ਨੇ ਉਹਨੂੰ ਕਹਿੰਦਾ ਵੀ ਮੈਂ ਉਦੋਂ ਤਾਂ ਬੈਠਾ ਜਦੋਂ ਬਿਆਸ ਦਰਿਆ ਇੱਥੇ ਚੱਲਦਾ ਸੀ। ਉਸ ਸਮੇਂ ਬਿਆਸ ਦਰਿਆ ਉੱਥੇ ਚੱਲਦਾ ਹੁੰਦਾ ਸੀ। ਤੇ ਫਿਰ ਉਹ ਜੋਗੀ ਪੁਰਖ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ ਇਸ ਸਮੇਂ ਕੌਣ ਵਿਰਾਜਮਾਨ ਨੇ। ਕਿਹਾ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਤੇ ਗੁਰੂ ਸਾਹਿਬ ਦਾ ਨਾਮ ਸੁਣ ਕੇ ਉਹ ਉਸੇ ਵੇਲੇ ਫਿਰ ਉਹ ਜਦੋਂ ਜਾਗਿਆ, ਉਹਦੀ ਸਮਾਧੀ ਖੁੱਲੀ ਤੇ ਮਹਾਰਾਜ ਦੇ ਕੋਲ ਉਹਨੇ ਫਿਰ ਪ੍ਰਸ਼ਨ ਕੀਤੇ ਆਤਮਿਕ ਗਿਆਨ ਵਾਸਤੇ।
ਗੁਰੂ ਸਾਹਿਬ ਕੋਲ ਪ੍ਰਸ਼ਨ ਕਰਕੇ ਉਹਨੇ ਫਿਰ ਆਗਿਆ ਮੰਗੀ ਕਿ ਮਹਾਰਾਜ ਹੁਣ ਮੈਨੂੰ ਆਗਿਆ ਦਿਓ। ਸਿੱਖਾਂ ਨੇ ਪੁੱਛਿਆ ਬਾਬਾ ਬੁੱਢਾ ਸਾਹਿਬ ਨੇ ਕਿ ਜੋਗੀ ਜੀ ਤੁਸੀਂ ਮਹਾਰਾਜ ਦਾ ਨਾਮ ਪਹਿਲਾਂ ਕਿੱਦਾਂ ਜਾਣਦੇ ਸੀ? ਉਹਨੇ ਕਿਹਾ ਵੀ ਮੈਂ ਜਦੋਂ ਇੱਥੇ ਸਮਾਧੀ ਲਾ ਕੇ ਬੈਠਾ ਹਾਂ, ਮੇਰੇ ਗੁਰੂ ਨੇ ਕਿਹਾ ਸੀ ਕਲਯੁਗ ਦੇ ਵਿੱਚ, ਉਹਨੂੰ ਮੈਂ ਪ੍ਰਸ਼ਨ ਪੁੱਛੇ ਕਹਿੰਦੇ ਮੇਰੇ ਆਪਣੇ ਗੁਰੂ ਨੂੰ, ਤੇ ਉਹਨੇ ਕਿਹਾ ਸੀ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਣਾ, ਆਪ ਨਿਰੰਕਾਰ ਨੇ ਅਵਤਾਰ ਧਾਰਨਾ। ਤੇ ਉਹ ਜਦੋਂ ਪੰਜਵੇਂ ਸਰੂਪ 'ਚ ਇੱਥੇ ਬਖਸ਼ਿਸ਼ ਕਰਨਗੇ, ਜੀਆਂ ਦਾ ਭਲਾ ਕਰਨਗੇ ਨਾ, ਉਸ ਸਮੇਂ ਤੈਨੂੰ ਉਹਨਾਂ ਦਾ ਦਰਸ਼ਨ ਹੋਊਗਾ। ਤੂੰ ਇੱਥੇ ਸਮਾਧੀ ਲਾ ਕੇ ਬਹਿ ਜਾ ਤੇ ਉਹਨਾਂ ਨੂੰ ਆਪਣੇ ਪ੍ਰਸ਼ਨ ਪੁੱਛੀ। ਤੇ ਇਹ ਫਿਰ ਜਦੋਂ ਜੋਗੀ ਰਾਜ ਨੇ ਸਾਰਾ ਦੱਸਿਆ ਕਿ ਮੈਂ ਇਦਾਂ ਸਭ ਕੁਝ ਜਾਣਦਾ ਸੀ, ਤਾਂ ਮੈਂ ਬੈਠਾ ਸੀ, ਗੁਰੂ ਸਾਹਿਬ ਦੇ ਦਰਸ਼ਨ ਮੈਨੂੰ ਹੋਣੇ ਸੀ, ਇਹ ਗੁਰੂ ਸਾਹਿਬ ਨੂੰ ਸਭ ਕੁਝ ਪਤਾ ਵਾ। ਤੇ ਫਿਰ ਸਿੱਖਾਂ ਨੇ ਮਹਾਰਾਜ ਨੂੰ ਆਖਿਆ ਮਹਾਰਾਜ ਅਸੀਂ ਇਹਨੂੰ ਕੋਈ ਆਪਣੇ ਤੌਰ ਤੇ ਪ੍ਰਸ਼ਨ ਪੁੱਛ ਲਈਏ? ਮਹਾਰਾਜ ਕਹਿੰਦੇ ਪੁੱਛ ਲਓ। ਫਿਰ ਉਹ ਜੋਗੀ ਪੁਰਖ ਦੇ ਸਰੀਰ ਛੱਡਣ ਤੋਂ ਪਹਿਲਾਂ ਜਦੋਂ ਉਹਨੇ ਆਗਿਆ ਮੰਗੀ, ਸਿੱਖਾਂ ਨੇ ਪੁੱਛਿਆ ਕਿ ਜੋਗੀ ਰਾਜ ਕੋਈ ਮਨ ਦੀ ਅਵਸਥਾ ਦੀ ਬਾਬਤ ਦੱਸੋ, ਜਦੋਂ ਤੁਸੀਂ ਸਮਾਧੀ ਤੋਂ ਉਥਾਨ ਹੁੰਦੇ ਸੀ ਤੇ ਕਿਵੇਂ ਦੀ ਮਨ ਦੀ ਅਵਸਥਾ ਰਹਿੰਦੀ ਸੀ? ਜੋਗੀ ਪੁਰਖ ਨੇ ਆਖਿਆ ਕਿ ਜਦੋਂ ਦਸਮ ਦਵਾਰ ਤੋਂ ਮੈਂ ਉਤਰਦਾ ਸਾਂ, ਮੈਂ ਮਿੱਟੀ ਆਦਿ ਖਾ ਕੇ ਗੁਜ਼ਾਰਾ ਕਰਦਾ ਸੀ, ਕੰਦਮੂਲ ਖਾ ਕੇ ਗੁਜ਼ਾਰਾ ਕਰਦਾ ਸੀ, ਪਰ ਜਦੋਂ ਦਸਮ ਦਵਾਰ ਤੋਂ ਮੈਂ ਉਤਰਦਾ ਸੀ ਉਦੋਂ ਮੈਨੂੰ ਵਿਸ਼ੇ ਵਕਾਰ ਦੇ ਫੁਰਨੇ ਆ ਜਾਂਦੇ ਸੀ। ਤੇ ਬਾਬਾ ਬੁੱਢਾ ਸਾਹਿਬ ਨੇ ਆਖਿਆ ਮਹਾਰਾਜ ਇਹ ਤਾਂ ਏਡੀ ਹੱਡੀਆਂ ਦੀ ਕੇਵਲ ਮੁੱਠ ਰਹਿ ਗਈ ਹੈ, ਚਮੜੀ ਸਰੀਰ ਤੇ ਨਹੀਂ, ਵਿਸ਼ੇ ਵਕਾਰ ਫਿਰ ਵੀ? ਮਹਾਰਾਜ ਕਹਿੰਦੇ ਹਾਂ, ਸੱਚੇ ਨਾਮ ਤੋਂ ਬਿਨਾਂ ਬਾਬਾ ਬੁੱਢਾ ਸਾਹਿਬ ਜੀ ਵਿਸ਼ੇ ਵਕਾਰ ਜਿਹੜੇ ਆ ਉਹ ਖਹਿੜਾ ਨਹੀਂ ਛੱਡਦੇ। ਦਸਮ ਦਵਾਰ ਵਿੱਚ ਕੇਵਲ ਸੁਰਤ ਚੜ੍ਹਨ ਨਾਲ ਵਿਸ਼ੇ ਵਕਾਰ ਨਹੀਂ ਹਟਦੇ, ਨਹੀਂ ਟਲਦੇ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਸਿੱਧਾਂ ਨੂੰ ਆਖਿਆ ਕਿ ਇਹ ਐਡੀ ਲੰਮੀ ਉਮਰ ਉਹ ਕਿਸੇ ਕੰਮ ਨਹੀਂ ਆਉਂਦੀ, ਐਡੀ ਪ੍ਰਸਿੱਧੀ ਸੰਸਾਰ ਵਿੱਚ ਕਿਸੇ ਕੰਮ ਨਹੀਂ ਆਉਂਦੀ। ਲੋਕ ਭਾਵੇਂ ਜਿੰਨੀ ਮਰਜ਼ੀ ਉਸਤਤ ਕਰੀ ਜਾਣ, ਤੇ ਮਹਾਰਾਜ ਸਿੰਘ ਕਹਿੰਦੇ ਸਗੋਂ ਇਹੋ ਜਿਹਾ ਸਮਾਂ ਆ ਜਾਂਦਾ ਹੈ, ਜੇ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਨਹੀਂ ਪ੍ਰਾਪਤ ਕੀਤੀ, ਵਾਹਿਗੁਰੂ ਨਾਲ ਪਿਆਰ ਨਹੀਂ ਪਾਇਆ, ਤਾਂ ਇੱਕ ਦਿਨ ਇਹੋ ਜਿਹਾ ਆਊਗਾ ਜਦੋਂ ਕੋਈ ਮਹਾਰਾਜ ਕਹਿੰਦੇ ਨੇ ਬਾਤ ਵੀ ਨਹੀਂ ਪੁੱਛਦਾ, ਭਾਵ ਗੱਲ ਵੀ ਨਹੀਂ ਪੁੱਛਦਾ। ਬੁਰੀ ਹਾਲਤ ਹੁੰਦੀ ਹੈ। ਕੌਣ? ਕੀੜਿਆਂ ਦੀਆਂ ਕੋਈ ਗੱਲਾਂ ਪੁੱਛਦਾ ਜਾ ਕੇ ਵੀ ਕੀ ਹਾਲ ਦਾ ਤੁਹਾਡਾ? ਮਹਾਰਾਜ ਕਹਿੰਦੇ ਕੀਟਾਂ ਅੰਦਰ ਕੀਟ ਕਰ, ਇੰਦਰ ਪਦਵੀ ਨੂੰ ਪਹੁੰਚੇ ਹੋਏ ਵੀ ਉਹਨਾਂ ਨੂੰ ਵੀ ਵਾਹਿਗੁਰੂ ਦੇ ਪ੍ਰੇਮ ਤੋਂ ਸੁਖਣਿਆਂ ਨੂੰ ਕੀੜਿਆਂ ਦੇ ਵਿੱਚ ਕੀੜਾ ਬਣਾ ਕਰਕੇ ਵਾਹਿਗੁਰੂ ਜੀ ਜਿਹੜੇ ਆ ਭੇਜਦੇ ਆ। ਫਿਰ ਦੋਸ਼ੀ ਦੋਸ਼ ਧਰੇ, ਜਿਹੜੇ ਦੋਸ਼ੀ ਲੋਕ ਆ ਨਾ, ਉਹ ਵੀ ਉਹਦੇ ਪਾਪੀ ਲੋਕ ਵੀ ਜਿਹੜੇ ਉਹਦੇ ਵਿੱਚ ਦੋਸ਼ ਧਰਦੇ ਆ ਕਿ ਬਈ ਇਹ ਬੜਾ ਮਾੜਾ ਹੈ। ਇਸ ਪ੍ਰਕਾਰ ਜਿਹੜੇ ਆਪ ਦੋਸ਼ੀ ਨੇ, ਆਪ ਪਾਪੀ ਨੇ, ਉਹ ਵੀ ਉਹਨੂੰ ਫਿਰ ਮਾੜਾ ਸਮਝਦੇ। ਕਿੱਥੇ ਸਾਰੇ ਲੋਕ ਉਹਦੀ ਜਿਹੜੀ ਆ ਉਹ ਵਡਿਆਈ ਕਰਦੇ ਆ, ਬੜਾ ਭਾਰੀ ਉਹਦਾ ਜਸ ਗਾਉਂਦੇ ਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਜਿਹੜੇ ਭਾਈ ਆਪ ਅਪਰਾਧੀ ਨੇ, ਦੋਸ਼ੀ ਲੋਕ ਨੇ, ਉਹ ਵੀ ਉਹਦੇ ਅੰਦਰ ਫਿਰ ਨਾ ਦੋਸ਼ ਧਰਦੇ ਆ, ਉਹਨੂੰ ਮਾੜਾ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਮਝਦੇ ਆ। ਇਸ ਕਰਕੇ ਜਿਹੜਾ ਇਹ ਨਾਮ ਤੋਂ ਸਖਣਾ ਜੀਵਨ ਹੈ ਨਾ, ਉਹ ਵਕਾਰਾਂ ਦੀ ਜ਼ਹਿਰ ਵਾਲਾ ਬਣ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਜਿਹੜਾ ਇਹੋ ਜਿਹਾ ਹੁੰਦਾ ਨਾ, ਉਹਨੂੰ ਫਿਰ ਕਿੰਨਾ ਕੋਈ ਜਿਹੜਾ ਹੈ ਭਲਾ ਉਪਦੇਸ਼ ਦੇਵੇ ਜਾਂ ਉਹਦਾ ਭਲਾ ਕਰਨਾ ਚਾਹੇ, ਉਹ ਆਪਣਾ ਭਲਾ ਤਾਂ ਕੀ ਕਰਨਾ, ਉਹ ਦੂਸਰੇ ਨੂੰ ਵੀ ਜਿਹੜਾ ਨਾ ਵਿਸ਼ਿਆਂ ਦੇ ਡੰਗ ਮਾਰਨ ਦਾ ਯਤਨ ਕਰਦਾ ਹੈ। ਨਾਮ ਤੋਂ ਸਖਣਾ ਜਿਹੜਾ ਪੁਰਖ ਹੈ, ਹਜ਼ੂਰ ਨੇ ਕਿਹਾ ਸੱਪੈ ਦੁੱਧ ਪਿਆਲੀ ਹੈ, ਵਿਖ ਵਿਹੋ ਮੁੱਖੋਂ ਸੱਟਾ। ਭਾਈ ਗੁਰਦਾਸ ਸਾਹਿਬ ਜੀ ਨੇ ਕਹਿਣਾ, ਉਹਨਾਂ ਦਾ ਕਥਨ ਹੈ ਕਿ ਉਹਨੂੰ ਦੁੱਧ ਵੀ ਪਿਆਓ ਤਾਂ ਵੀ ਜਿਹੜਾ ਹੈ ਨਾ ਸੱਪ ਮੂੰਹ ਤੋਂ ਜ਼ਹਿਰ ਸਿੱਟਦਾ ਹੈ। ਇਸ ਪ੍ਰਕਾਰ ਦੀ ਉਹਦੀ ਹਾਲਤ ਹੋ ਜਾਂਦੀ ਹੈ। ਤੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਜਿਹੜਾ ਹੈ ਜਿੱਦਾਂ ਸੱਪਾਂ ਵਿੱਚ ਕੀੜੇ ਬਣ ਜਾਂਦੇ ਆ, ਦੋਸ਼ੀ ਲੋਕ ਵੀ ਉਹਦੇ ਵਿੱਚ ਦੋਸ਼ ਧਾਰਦੇ ਹਨ, ਐਸੀ ਹਾਲਤ ਜਿਹੜੀ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਬਣ ਜਾਂਦੀ ਹੈ। ਤੇ ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਫਰਮਾਨ ਕਰਦੇ ਆ, ਨਾਨਕ ਨਿਰਗੁਣ ਗੁਣ ਕਰੇ। ਮਹਾਰਾਜ ਕਹਿੰਦੇ ਮੇਰਾ ਜਿਹੜਾ ਉਹ ਵਾਹਿਗੁਰੂ ਹੈ ਨਾ ਸਿੱਧੋ, ਜਿਨ੍ਹਾਂ ਵਿੱਚ ਕੋਈ ਗੁਣ ਨਹੀਂ, ਉਹਨਾਂ ਦੇ ਉੱਤੇ ਵੀ ਗੁਣ ਬਖਸ਼ਿਸ਼ ਕਰਨ ਵਾਲਾ ਹੈ। ਜਿਹੜੇ ਸਾਰੇ ਔਗਣੀ ਔਗਣ ਭਰੇ ਹੋਏ ਆ, ਕੋਈ ਕਿਸੇ ਪ੍ਰਕਾਰ ਗੁਣ ਹੈ ਨਹੀਂ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਮੇਰਾ ਵਾਹਿਗੁਰੂ ਉਹਨਾਂ ਉੱਤੇ ਵੀ ਉਪਕਾਰ ਕਰਦਾ ਹੈ, ਪਰ ਉਪਕਾਰ ਕਰਕੇ ਬਹੁਤ ਉਹਨਾਂ ਨੂੰ ਸਵਾਰ ਦਿੰਦਾ ਹੈ। ਜਿਹੜੇ ਇਉਂ ਬੇਨਤੀ ਕਰਦੇ ਆ, ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ, ਸੱਠ ਕਠੋਰ ਕੁਲਹੀਨ ਵਿਆਪਤ ਮੋਹ ਕੀਚ। ਸੱਚੇ ਪਾਤਸ਼ਾਹ ਮੇਰੀ ਇਹੋ ਜੀ ਹਾਲਤ ਹੈ। ਮਹਾਰਾਜ ਸੱਚੇ ਪਾਤਸ਼ਾਹ ਇਉਂ ਬੇਨਤੀਆਂ ਕਰਦੇ ਕਹਿੰਦੇ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ, ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਤੇ ਜੇ ਤਾਂ ਅੰਦਰ ਔਗਣ ਇੰਨੇ ਹੋਣ ਤੇ ਬਾਹਰੋਂ ਪਖੰਡ ਨਾਲ ਮਹਾਤਮਾ ਬਣਿਆ ਰਹੇ, ਤੇ ਉਹਨਾਂ ਦੀ ਹਾਲਤ ਫਿਰ ਉਹ ਜੋ ਮਹਾਰਾਜ ਦੱਸੀ ਹੈ, ਬਾਹਰੋਂ ਵਡਿਆਈ ਲੋਚਣ
ਤੇ ਅੰਦਰ ਪ੍ਰੀਤ ਨਾ ਹੋਵੇ। ਜਿਨ੍ਹਾਂ ਦੇ ਅੰਦਰ ਪ੍ਰੀਤ ਹੁੰਦੀ ਹੈ ਉਹਨਾਂ ਨੂੰ ਆਪਣੇ ਔਗਣ ਦਿਸ ਪੈਂਦੇ ਆ, ਫਿਰ ਮਹਾਰਾਜ ਦੇ ਕੋਲ ਇਉਂ ਅਰਦਾਸ ਕਰਦੇ ਆ। ਮਹਾਰਾਜ ਕਹਿੰਦੇ ਸਿੱਧੋ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਮਹਾਰਾਜ ਮੈਂ ਔਗਣਾਂ ਦਾ ਭਰਿਆ ਹੋਇਆ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਮਹਾਰਾਜ ਇਹੋ ਜੀ ਸਾਡੀ ਹਾਲਤ ਹੈ, ਆਪ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਸਾਡੇ ਤੇ ਗੁਣ ਕਰੋ, ਉਪਕਾਰ ਕਰੋ, ਬਖਸ਼ਿਸ਼ ਕਰੋ, ਆਪਣੇ ਨਾਮ ਦੀ ਪ੍ਰੀਤ ਸੱਚੇ ਪਾਤਸ਼ਾਹ ਸਾਨੂੰ ਲਾ ਦਿਓ। ਮਹਾਰਾਜ ਕਹਿੰਦੇ ਉਹ ਨਿਰਗੁਣ ਹਾਰਿਆਂ ਤੇ ਗੁਣ ਬਖਸ਼ਿਸ਼ ਕਰਨ ਵਾਲਾ ਹੈ। ਗੁਣਵੰਤਿਆ ਗੁਣ ਦੇ, ਜਿਹੜੇ ਗੁਣਾਂ ਨਾਲ ਭਰਪੂਰ ਹੈ ਉਹਨਾਂ ਨੂੰ ਹੋਰ ਮਹਾਰਾਜ ਕਹਿੰਦੇ ਨੇ ਭਗਤਿਆਂ ਭਗਤ ਦਾਨੰ, ਰਾਮ ਨਾਮ ਗੁਣ ਕੀਰਤਨ। ਜਿਹੜੇ ਭਗਤੀ ਕਰਨ ਵਾਲੇ ਉਹਨਾਂ ਨੂੰ ਹੋਰ ਭਗਤੀ ਦਾ ਦਾਨ ਦਿੰਦਾ। ਜਿਹੜੇ ਅੱਗੇ ਗੁਣਵੰਤਿਆ ਗੁਣਾਂ ਵਾਲੇ ਆ, ਗੁਣਾਂ ਨੂੰ ਧਾਰਨ ਕੀਤਾ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹਨਾਂ ਨੂੰ ਹੋਰ ਗੁਣ ਬਖਸ਼ਿਸ਼ ਕਰਕੇ ਭਜਨ ਸਿਮਰਨ ਦੀ ਦਾਤ ਦੇ ਕੇ ਵਾਹਿਗੁਰੂ ਨਿਹਾਲ ਕਰਨ ਵਾਲਾ ਹੈ। ਤੇ ਸਿੱਧ ਕਹਿੰਦੇ ਮਹਾਰਾਜ ਵਾਹਿਗੁਰੂ ਦੇ ਉੱਤੇ ਵੀ ਕਿਸੇ ਨੇ ਪਰਉਪਕਾਰ ਕੀਤਾ, ਉਹਨੂੰ ਵੀ ਕਿਸੇ ਗੁਣ ਬਖਸ਼ੇ ਹੋਏ ਨੇ, ਪਰ ਮਹਾਰਾਜ ਕਹਿੰਦੇ ਨਹੀਂ ਸਿੱਧੋ ਤੇਹਾ ਕੋਈ ਨਾ ਸੁਝਿਆ ਹੀ। ਸਾਨੂੰ ਇਸ ਸੰਸਾਰ ਵਿੱਚ ਇਹੋ ਜਿਹਾ ਕੋਈ ਵੀ ਨਹੀਂ ਦਿਸਦਾ ਜੇ ਤਿਸ ਗੁਣ ਕੋਏ ਕਰੇ, ਜਿਹੜਾ ਵਾਹਿਗੁਰੂ ਦੇ ਉੱਤੇ ਉਪਕਾਰ ਕਰੇ। ਵਾਹਿਗੁਰੂ ਦੇ ਉੱਤੇ ਕੋਈ ਨਹੀਂ ਉਪਕਾਰ ਕਰਨ ਵਾਲਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਪਰਮੇਸ਼ਰ ਹੀ ਸਭ ਦੇ ਉੱਤੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਪਰਉਪਕਾਰ ਕਰਨ ਵਾਲਾ ਹੈ। ਵਾਹਿਗੁਰੂ ਹੀ ਸਭ ਦੀ ਪੱਤ ਢੱਕਣ ਵਾਲਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹੋ ਜਿਹਾ ਹੋਰ ਕੋਈ ਵੀ ਨਹੀਂ ਸੁੱਝਦਾ, ਕੋਈ ਵੀ ਨਹੀਂ ਦਿਸਦਾ ਜਿਹੜਾ ਪਰਮੇਸ਼ਰ ਦੇ ਉੱਤੇ ਕੋਈ ਗੁਣ ਉਪਕਾਰ ਕਰਨ ਵਾਲਾ ਹੋਵੇ। ਵਾਹਿਗੁਰੂ ਹੀ ਸਭ ਦੇ ਉੱਤੇ ਉਪਕਾਰ ਕਰਦੇ ਆ, ਬਖਸ਼ਿਸ਼ਾਂ ਕਰਦੇ ਆ, ਰਹਿਮਤਾਂ ਕਰਦੇ ਆ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜਾ ਹੈ 7ਵੀਂ ਪੌੜੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਵਾਹਿਗੁਰੂ ਜੀ ਮਿਹਰ ਕਰਦੇ ਆ, ਜਦੋਂ ਆਪਣੀ ਪ੍ਰੀਤ ਦਾ ਪ੍ਰਸਾਦ ਦਿੰਦੇ ਆ ਉਦੋਂ ਹੀ ਜੀਵ ਨਿਹਾਲ ਹੁੰਦਾ। ਤੇ ਜੇ ਕਰਕੇ ਬਾਹਰੀ ਸੋਭਾ 'ਚ ਫਸ ਜਾਵੇ ਤੇ ਫਿਰ ਵਾਹਿਗੁਰੂ ਦੀ ਦਰਗਾਹ ਵੱਲ ਨੂੰ ਨਹੀਂ ਤੁਰਿਆ ਜਾਂਦਾ, ਪਰਮੇਸ਼ਰ ਦੇ ਰਸਤੇ ਤੇ ਜੀਵ ਕੋਲੋਂ ਨਹੀਂ ਤੁਰਿਆ ਜਾਂਦਾ। ਬਹੁਤ ਔਖੀ ਹੈ। ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ, ਉਹਨਾਂ ਦੀ ਆਪਾਂ ਸੰਗਤ ਕੀਤੀ ਹੈ ਤੇ ਮਹਾਂਪੁਰਖਿਓਂ ਪਿਆਰ ਨਾਲ ਕਈ ਵਾਰੀ ਕਹਿੰਦੇ ਹੁੰਦੇ ਸੀ, ਕਹਿੰਦੇ ਸਿੰਘੋ ਜਿਹੜੀ ਵਡਿਆਈ ਹੈ ਨਾ ਇਹ ਸੱਚਖੰਡ ਤੱਕ ਪਿੱਛਾ ਕਰਦੀ ਹੈ ਜੀਵ ਦਾ। ਤੇ ਇਸ ਕਰਕੇ ਬੜੀ ਕਮਾਈ ਤੱਕ ਵੀ ਪਹੁੰਚ ਜੇ ਸ਼ਾਂਤਕੀ ਸੁਭਾਅ ਹੋ ਜਾਂਦਾ ਤੇ ਪਰ ਇਹ ਮਾਇਆ ਦਾ ਤੀਜਾ ਗੁਣ ਹੈ ਨਾ ਜਿਹੜਾ, ਤੇ ਪਰ ਆਪਣੇ ਅੰਦਰੋਂ ਵਡਿਆਈ ਦੀ ਇੱਛਾ ਨਹੀਂ ਮਰਦੀ। ਇਹ ਤਾਂ ਬਹੁਤ ਸਤਿਗੁਰੂ ਜੀ ਦੀ ਰਹਿਮਤ ਹੋ ਜੇ, ਬਖਸ਼ਿਸ਼ ਹੋਵੇ। ਜਿੱਡੀ ਵੱਡੀ ਨਿਮਰਤਾ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ 'ਚ ਐਡੇ ਵਿਦਿਆਰਥੀ ਪੜ੍ਹਾਏ, ਇੰਨਾ ਪ੍ਰਚਾਰ, ਇੰਨੀ ਕਥਾ ਸਤਿਗੁਰੂ ਜੀ ਦੀ, ਐਡਾ ਵੱਡਾ ਉਹਨਾਂ ਦਾ ਜਸ, ਫਿਰ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸਦਾ ਧੂੜ ਬਣ ਕੇ ਰਹਿੰਦੇ। ਇੱਕ ਵਾਰੀ ਮਹਾਂਪੁਰਖਾਂ ਨੂੰ ਸਟੇਸ਼ਨ ਤੇ ਇੱਦਾਂ ਖੜੇ ਸੀਗੇ ਤੇ ਕਿਸੇ ਨੇ ਧੱਕੇ ਮਾਰ ਦਿੱਤੇ ਸੀ। ਉਹਨੂੰ ਨਹੀਂ ਪਤਾ, ਕਿਸੇ ਨੇ ਅਣਜਾਣ ਪੁਣੇ 'ਚ ਐਵੇਂ ਘੋਪਰਾ ਸੀ ਆਦਮੀ, ਉਹਨੇ ਧੱਕੇ ਮਾਰੇ ਮਹਾਂਪੁਰਖਾਂ ਨੂੰ। ਜਦੋਂ 2 ਧੱਕੇ ਮਾਰੇ ਸਿੰਘਾਂ ਨੇ ਪਕੜ ਲਿਆ। ਸਿੰਘ ਜਦੋਂ ਉਹਨੂੰ ਫੜ ਕੇ ਕੁੱਟਣ ਲੱਗੇ ਨਾ, ਮਾਰਨ ਲੱਗੇ, ਮਹਾਂਪੁਰਖਾਂ ਰੋਕ ਦਿੱਤਾ, ਕਹਿੰਦੇ ਨਾ ਭਾਈ ਮਾਰਿਓ ਨਾ, ਮਹਾਰਾਜ ਤੁਹਾਨੂੰ ਖਲੋਤਿਆਂ ਨੂੰ ਧੱਕਾ ਮਾਰਿਆ ਇਹਨੇ। ਮਹਾਂਪੁਰਖ ਕਹਿੰਦੇ ਭਾਈ ਅਸੀਂ ਵੀ ਕਿਤੇ ਇਹਨਾਂ ਨੂੰ ਧੱਕਾ ਮਾਰਿਆ ਹੋਊ ਕਿਸੇ ਜਨਮ 'ਚ ਤੇ ਇਹਨੂੰ ਬਦਲਾ ਲੈ ਲਿਆ, ਤੇ ਤੁਸੀਂ ਨਾ ਮਾਰਿਓ ਇਹਨੂੰ। ਮਹਾਂਪੁਰਖਾਂ ਨੇ ਇੰਨੀ ਨਿਮਰਤਾ ਧਾਰੀ ਉਹਨੂੰ ਛਡਾ ਦਿੱਤਾ। ਇਉਂ ਅੰਦਰ ਜਦੋਂ ਨਿਮਰਤਾ ਭਾਵ ਆ ਜਾਵੇ ਨਾ, ਇਹ ਜਿੰਨੇ ਗੁਣ ਹੁੰਦੇ ਆ ਨਾ ਉਹਨਾਂ ਗੁਣਾਂ ਨਾਲ ਗੁਰਸਿੱਖਾਂ ਦਾ ਹਿਰਦਾ ਉਹਨਾਂ ਝੁਕ ਜਾਂਦਾ ਹੈ। ਜਿਵੇਂ ਗੁਰੂ ਅੰਗਦ ਸਾਹਿਬ ਜੀ ਦੀ ਸਿਫਤ ਕਰਦਿਆਂ ਭੱਟਾਂ ਨੇ ਕਿਹਾ ਨਾ, ਦਰੁਮ ਸਪੂਰ ਜਿਉਂ ਨਿਵੈ, ਕਹਿੰਦੇ ਜਿਵੇਂ ਫਲ ਵਾਲਾ ਰੁੱਖ ਹੁੰਦਾ ਨਾ ਜਿਹੜਾ, ਉਹ ਜਿੰਨੇ ਉਹਦੇ ਰਸਦਾਇਕ ਫਲ ਹੁੰਦੇ ਆ ਓਨਾ ਹੀ ਉਹ ਝੁਕ ਜਾਂਦਾ ਨਾ ਉਹਦੀਆਂ ਟਾਹਣੀਆਂ, ਤੇ ਜੇ ਉਹਨੂੰ ਫਲ ਨਾ ਹੋਵੇ ਤੇ ਉਹਨੇ ਉਹਦੇ ਪੱਤੇ ਵੀ ਨਾ ਹੋਣ ਤੇ ਤਾਂ ਨੂੰ ਤਿੱਖਾ ਹੁੰਦਾ ਤੇ ਉਹ ਫਿਰ ਤਿੱਖੀਆਂ ਛਿਲਤਰਾਂ ਹੀ ਮਾਰਦਾ ਰੁੱਖ। ਇਸ ਤਰ੍ਹਾਂ ਜਿਹੜਾ ਹੰਕਾਰ ਨਾਲ ਉੱਚਾ ਚੱਕਿਆ ਰਹਿੰਦਾ ਨਾ, ਆਪਣੇ ਆਪ 'ਚ ਚੰਗਾ ਨਾਂ ਰਖਾ ਕੇ, ਪ੍ਰਸਿੱਧੀ ਜਸ ਬੜਾ ਲੈ ਕੇ, ਤੇ ਉਹ ਈਰਖਾ ਦੀਆਂ ਛਿਲਤਰਾਂ ਮਾਰਦੇ ਰਹਿੰਦੇ ਆ। ਆਪਣਾ ਥੋੜਾ ਜਿੰਨਾ ਵੀ ਨਰਾਦਰ ਉਹਨਾਂ ਕੋਲ ਬਰਦਾਸ਼ਤ ਨਹੀਂ ਹੁੰਦਾ। ਤੇ ਜਿਹੜੇ ਗੁਣਾਂ ਨਾਲ ਝੁਕ ਜਾਂਦੇ ਆ ਹਿਰਦੇ, ਜਿੰਨੇ ਗੁਣ ਓਨਾ ਹੀ ਹਿਰਦਾ ਝੁਕ ਜਾਂਦਾ, ਓਨੀ ਨਿਮਰਤਾ ਉਹਨਾਂ ਵਿੱਚ ਆ ਜਾਂਦੀ ਹੈ। ਉਹਨਾਂ ਦਾ ਜੀਵਨ ਮਿਠਾਸ ਵਾਲਾ, ਰਸਮਈ ਹੁੰਦਾ, ਵਿਸਮਾਦੀ ਹੁੰਦਾ। ਜਦੋਂ ਸੁਤੇ ਹੀ ਉਹਨਾਂ ਦੇ ਨਾਲ ਗੱਲ ਕਰੀਏ ਠੰਡ ਪੈਂਦੀ ਹੈ, ਸੰਗਤ ਕਰੀਏ ਨਿਹਾਲ ਹੋ ਜਾਈਦਾ। ਇੱਕ ਇੱਕ ਬਚਨ ਨਾਲ ਅੰਮ੍ਰਿਤ ਦਾ ਸੁੱਖ ਆਉਂਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਸੱਚ ਵਾਲਾ ਜੀਵਨ ਸਿੱਧੋ ਅਪਣਾਓ, ਵਾਹਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣੋ। ਜੇ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੇ ਤਾਂ ਕਰਕੇ ਨਿਹਾਲ ਹੋਵੋਗੇ, ਨਹੀਂ ਤਾਂ ਮਹਾਰਾਜ ਕਹਿੰਦੇ ਇੰਨੀਆਂ ਲੰਮੀਆਂ ਉਮਰਾਂ ਵਧਾ ਕਰਕੇ ਵੀ ਦੁਖਦਾਈ
ਜਿਹੜਾ ਹੈ ਉਹ ਰਹਿੰਦਾ ਹੈ, ਦੁੱਖ ਉਹਦਾ ਖਹਿੜਾ ਨਹੀਂ ਛੱਡਦੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪੌੜੀ ਦੇ ਅੰਦਰ ਮੂਲ ਅਰਥ ਹੀ ਕੀਤੇ ਆ, ਕਿਉਂਕਿ ਅਰਥਾਂ ਦੀ ਜਿਹੜੇ ਵਿਸਥਾਰ ਬਹੁਤ ਹੈ ਅੱਗੇ, ਤੇ ਪਰ ਆਪਾਂ ਜਿਹੜੇ ਸੁਖੈਨ ਅਰਥ ਸਮਝ ਪੈ ਜਾਣ, ਮੂਲ ਅਰਥ ਹੋਣ, ਮੁੱਖ ਅਰਥ ਹੋਣ, ਉਹੋ ਹੀ ਜਿਹੜੇ ਆਪਾਂ ਸਾਂਝ ਪਾ ਰਹੇ ਆ, ਤੇ ਵਿਸਥਾਰ ਨਹੀਂ ਜਿਹੜਾ ਹੈ ਉਹ, ਕਿਉਂਕਿ ਹੋਰ ਜਿਹੜੇ ਆ ਪ੍ਰਕਰਨਾਂ ਮੁਤਾਬਕ ਦੂਜਾ, ਤੀਜਾ, ਚੌਥਾ, ਪੰਜਵਾਂ ਇਹੋ ਅਰਥ ਹਨ। ਤੇ ਪਰ ਜਿਹੜੇ ਆਪਾਂ ਮੂਲ ਅਰਥ ਜਿਵੇਂ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਵੀ ਕੀਤੇ ਆ, ਤੇ ਉਹਨਾਂ ਦੀ ਲੇਖਣੀ ਮੁਤਾਬਕ ਵੀ ਆਪਾਂ ਅਰਥ ਜਿਹੜੇ ਆ ਉਸ ਤੋਂ ਭਾਵ ਲੈ ਕਰਕੇ ਤੇ ਵਿਚਾਰ ਕਰਕੇ ਜਿਹੜੇ ਆ ਉਹ ਆਪਾਂ ਅਰਥਾਂ ਦੀ ਸਾਂਝ ਪਾ ਰਹੇ ਆ, ਤੇ ਪਾਠਾਂ ਦੇ ਉਚਾਰਨ ਜਿਹੜੇ ਆ ਵਿਸ਼ਰਾਮ ਜਮਕੀਆਂ, ਉਹਨਾਂ ਦਾ ਬਹੁਤ ਗਿਆਨ ਜਿਹੜਾ ਆਪਾਂ ਪ੍ਰਾਪਤ ਕਰ ਰਹੇ ਆ। ਅੱਜ ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਸਮਾਂ ਵੀ ਸਮਾਪਤ ਹੈ, ਤੇ ਕੱਲ ਵਾਸਤੇ ਇੱਕ ਬੇਨਤੀ ਕਰਨੀ ਹੈ, ਮੈਂ ਹੀ ਕਰ ਦਿੰਦਾ ਸਾਰੀ ਸੰਗਤ ਵਿੱਚ। ਇੱਥੇ ਇੱਕ ਗੁਰਦੁਆਰਾ ਸਾਹਿਬ ਹੈ ਇੱਥੋਂ ਤਕਰੀਬਨ 40 ਕਿਲੋਮੀਟਰ ਦੂਰ, ਉਸ ਦਾ ਨਾਮ ਹੈ ਗੁਰਦੁਆਰਾ ਦਮਦਮਾ ਸਾਹਿਬ, ਬਸਮਤ ਨਗਰ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਸਤਿਗੁਰੂ ਜੀ ਇੱਥੇ ਆਏ ਸੀ ਨੰਦੇੜ ਦੀ ਧਰਤੀ ਤੇ, ਉੱਥੇ ਮਹਾਰਾਜ ਕੁਝ ਸਮਾਂ ਰੁਕੇ ਸੀ, ਸਤਿਗੁਰੂ ਜੀ ਦੀਵਾਨ ਸਜਾਏ ਸੀ, ਤੇ ਉਹ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਂ ਹੈ। ਸਾਲਾਨਾ ਉੱਥੇ ਚੌਂਕੀ ਹੁੰਦੀ ਹੈ, ਕੱਲ ਉਸ ਗੁਰਦੁਆਰੇ ਸਾਹਿਬ ਦੀ ਚੌਂਕੀ ਹੈ, ਇੱਥੋਂ ਸੰਗਤਾਂ ਜਾਣਾ ਹੈ। ਮੈਂ ਕਥਾ ਦੀ ਹਾਜ਼ਰੀ ਭਰਨੀ ਹੈ, ਜਾਣਾ ਤਾਂ ਨਹੀਂ ਹੈ, ਪਰ ਚੌਂਕੀ ਹੋਣ ਕਰਕੇ ਤੇ ਕੱਲ ਨੂੰ ਸੰਗਰਾਂਦ ਦਾ ਦਿਹਾੜਾ ਵੀ ਹੈ, ਤੇ ਇਸ ਕਰਕੇ ਕਥਾ ਜਿਹੜੀ ਹੈ ਨਾ ਤਖਤ ਸਾਹਿਬ ਤੇ ਸ਼ਾਇਦ ਅੱਧਾ ਪੌਣਾ ਘੰਟਾ ਰੋਜ਼ ਦੇ ਨਿਯਮ ਨਾਲੋਂ ਲੇਟ ਸ਼ੁਰੂ ਹੋਣੀ ਹੈ, ਤੇ ਕੱਲ ਨੂੰ ਆਪਾਂ ਕਥਾ ਜਿਹੜੀ ਉਹ 9:30 ਨਹੀਂ ਕਰ ਸਕਣੀ, ਤੇ ਤੁਹਾਡੇ ਕੋਲ ਵੀ ਲੇਟ ਦਾ ਸਮਾਂ ਹੋ ਜਾਏਗਾ। ਕੱਲ ਆਪਾਂ ਕਥਾ ਦੀ ਛੁੱਟੀ ਕਰ ਲੈਂਦੇ ਆ, ਤੇ ਇੱਕ ਦਿਨ ਵੱਧ ਜੇ ਸੈਟਰਡੇ ਨੂੰ ਕਰਨੀ ਹੋਈ ਤਾਂ ਜਾਂ ਸੰਡੇ ਨੂੰ ਕਰਨੀ ਹੋਈ, ਉਹ ਆਪਾਂ ਭਾਈ ਸਾਹਿਬ ਨਾਲ ਵਿਚਾਰ ਕਰਕੇ ਉਧਰੋਂ ਛੁੱਟੀ ਵਾਲਾ ਇੱਕ ਦਿਨ ਜਿਹੜਾ ਹੈ ਉਹ ਵਿੱਚ ਪਾ ਲਵਾਂਗੇ ਇਸ ਵਾਰ। ਤੇ ਕੱਲ ਆਪਾਂ ਕਥਾ ਜਿਹੜੀ ਆ ਉਹ ਨਹੀਂ ਕਰ ਸਕਾਂਗੇ, ਤੇ ਆਪਾਂ ਜਿਹੜੀ ਆ ਇਹ ਪਾਠਾਂ ਦੀ ਜਿਹੜਾ ਸ਼ੁੱਧ ਉਚਾਰਨ ਉਹ ਕੱਲ ਆਪਾਂ ਕਲਾਸ ਨਹੀਂ ਲਾ ਸਕਾਂਗੇ। ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ, ਕੱਲ ਦੀ ਛੁੱਟੀ ਬਖਸ਼ਣੀ, ਤੇ 2 ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਬੁਲਾਈਏ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤੇਹਾ ਕੋਇ ਨ ਸੁਝਈ, ਜੇ ਤਿਸ ਗੁਣ ਕੋਇ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।